ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ ਪ੍ਰੋਗਰਾਮ ਸਪੋਰਟਸ ਸਟਾਰ ਲੈ ਕੇ ਮੈਂ ਹਾਜ਼ਰ ਹਾਂ। ਔਰ ਸਪੋਰਟਸ ਸਟਾਰ ਦੀ ਅੱਜ ਦੀ ਕੜੀ ਦੇ ਵਿੱਚ ਮੈਂ ਪਹੁੰਚਿਆ ਹਾਂ ਸ਼ਹਿਰ ਕਪੂਰਥਲਾ। ਸ਼ਹਿਰ ਕਪੂਰਥਲਾ ਦਾ ਇਹ ਨੌਜਵਾਨ ਛੋਟੇ ਸ਼ਹਿਰ ਤੋਂ ਨਿਕਲ ਕੇ ਦੁਨੀਆ ਦੇ ਉੱਪਰ ਆਪਣੀ ਜਿਹੜੀ ਇੱਕ ਪਕੜ ਹੈ ਉਹਨੂੰ ਵਿਖਾ ਰਿਹਾ ਹੈ। ਜੇ ਮੈਂ ਕਹਾਂ ਕਿ ਵਰਲਡ ਫਿਟਨੈਸ ਫੈਡਰੇਸ਼ਨ ਦਾ ਜੂਰੀ ਮੈਂਬਰ ਬਣਨਾ ਸੌਖਾ ਨਹੀਂ ਹੁੰਦਾ, ਬਾਡੀ ਬਿਲਡਿੰਗ ਦੇ ਵਿੱਚ ਆਉਣਾ ਉਦੋਂ ਸੌਖਾ ਨਹੀਂ ਹੁੰਦਾ ਜਦੋਂ ਤੁਸੀਂ ਵੈਜੀਟੇਰੀਅਨ ਹੁੰਦੇ ਆ। ਮੈਂ ਗੱਲ ਕਰ ਰਿਹਾ ਹਰਮਿੰਦਰ ਦੁੱਲੋਵਾਲ ਹੁਣਾਂ ਦੀ। ਅੱਜ ਪਹੁੰਚੇ ਅਸੀਂ ਉਹਨਾਂ ਦੇ ਘਰ, ਉਹਨਾਂ ਦੇ ਉਸ ਜਿਮ ਦੇ ਵਿੱਚ ਜਿਹੜਾ ਉਹਨਾਂ ਨੇ ਮਿਹਨਤ ਦੇ ਨਾਲ, ਮੁਸ਼ੱਕਤ ਦੇ ਨਾਲ ਤਿਆਰ ਕੀਤਾ ਆ। ਤੁਹਾਡਾ ਸਵਾਗਤ ਹੈ ਸਾਡੇ ਇਸ ਪ੍ਰੋਗਰਾਮ ਅੰਦਰ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਤੁਹਾਡਾ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਟੀਵੀ ਪੰਜਾਬ ਦੀ ਟੀਮ ਦਾ, ਜੋ ਤੁਸੀਂ ਆਏ ਤੇ ਤੁਸੀਂ ਜੋ ਮੈਂ ਤੁਹਾਡੇ ਚੈਨਲ ਦੀਆਂ ਪਹਿਲਾਂ ਐਕਟੀਵਿਟੀਜ਼ ਦੇਖਦਾ ਹਾਂ ਉੱਤੇ ਤੁਸੀਂ ਨਿੱਤ ਕੋਈ ਨਾ ਕੋਈ ਨਵੀਂ ਜਿਹੜੀ ਸਪੋਰਟਸ ਨਾਲ ਰਿਲੇਟਡ ਕੋਈ ਵੀ ਸ਼ਖਸੀਅਤ ਹੁੰਦੀ ਉਹਨੂੰ ਤੁਸੀਂ ਦਰਸ਼ਕਾਂ ਦੇ ਰੂਬਰੂ ਕਰਵਾਉਂਦੇ ਰਹਿੰਦੇ ਹੋ। ਸਾਨੂੰ ਵੀ ਤੁਹਾਡੇ ਚੈਨਲ ਤੋਂ, ਮੈਨੂੰ ਖੁਦ ਨੂੰ ਵੀ ਕਾਫੀ ਸਿੱਖਣ ਨੂੰ ਮਿਲਦਾ ਹੈ। ਜਦੋਂ ਆਪਾਂ ਗੱਲ ਕਰਦੇ ਹਾਂ ਸਫ਼ਰ ਸੌਖਾ ਨਹੀਂ ਰਹਿੰਦਾ, ਖਾਸ ਕਰਕੇ ਉਦੋਂ ਜਦੋਂ ਅਸੀਂ ਛੋਟੇ-ਛੋਟੇ ਸ਼ਹਿਰਾਂ ਦੀ ਗੱਲ ਕਰਦੇ ਹਾਂ, ਕਿਉਂਕਿ ਇੰਨੇ ਸਾਧਨ ਨਹੀਂ ਹੁੰਦੇ। ਔਰ ਜਦੋਂ 2018 ਦੇ ਵਿੱਚ ਤੁਸੀਂ ਮਿਸਟਰ ਏਸ਼ੀਆ ਜਿੱਤਦੇ ਹੋ, 골ਡ ਮੈਡਲਿਸਟ ਹੁੰਦੇ ਹੋ ਬਾਡੀ ਬਿਲਡਿੰਗ ਦੇ ਵਿੱਚ, ਇਹ ਸਫ਼ਰ ਕਿੱਦਾਂ ਦਾ ਸੀਗਾ? ਮੈਂ ਆਪਣਾ ਜਿਹੜਾ ਬੋਡੀ ਬਿਲਡਿੰਗ ਸਫ਼ਰ ਆ ਉਹ 2003 ਤੋਂ ਸਟਾਰਟ ਕੀਤਾ। 2003 ਤੋਂ ਮੈਂ ਤਕਰੀਬਨ 38 ਕਿਲੋ ਦਾ ਸੀਗਾ ਜਦੋਂ ਮੈਂ ਬੋਡੀ ਬਿਲਡਿੰਗ ਸਟਾਰਟ ਕੀਤੀ ਆ। ਤਾਂ 38 ਕਿਲੋ ਦੇ ਹੋਣ ਦੇ ਬਾਵਜੂਦ ਮੈਂ ਜਿਮ ਜਾਣਾ ਸਟਾਰਟ ਕੀਤਾ, ਕਿਉਂਕਿ ਉਹ ਟੀਨ ਏਜ ਸੀਗੀ। ਤਾਂ ਮੇਰੀ ਉਦੋਂ ਉਮਰ ਵੀ ਕੋਈ 16-17 ਸਾਲ ਦੀ ਸੀ। ਉਸ ਦੌਰਾਨ ਮੈਨੂੰ ਡਾਈਟ ਨੂੰ ਲੈ ਕੇ, ਐਕਸਰਸਾਈਜ਼ ਨੂੰ ਲੈ ਕੇ ਕਾਫੀ ਦਿੱਕਤਾਂ ਆਈਆਂ। ਕੋਚਿਸ ਕੋਲ ਮੈਂ ਜਾਣਾ, ਉਹਨਾਂ ਨੇ ਮੈਨੂੰ ਇੱਕ ਮਜ਼ਾਕ ਦਾ ਪਾਤਰ ਬਣਾਉਣਾ ਕਿ ਤੇਰੀ ਬੋਡੀ ਦੇ ਵਿੱਚ ਕੋਈ ਇੱਦਾਂ ਦੀ ਸਾਨੂੰ ਐਕਟੀਵਿਟੀ ਨਹੀਂ ਲੱਗਦੀ ਕਿ ਤੂੰ ਅੱਗੇ ਜਾ ਕੇ ਫਿਊਚਰ ਵਿੱਚ ਬੋਡੀ ਬਿਲਡਰ ਬਣ ਸਕਦਾ। ਥੋੜ੍ਹਾ ਆਪਣਾ ਘਰੇਲੂ ਖਾਣੇ 'ਤੇ ਧਿਆਨ ਦਿਓ, ਥੋੜ੍ਹਾ ਬੋਡੀ ਨੂੰ ਫਿੱਟ ਕਰਕੇ ਆਓ, ਦੈਨ ਜਿਮ ਸਟਾਰਟ ਕਰੋ। ਤਾਂ ਉਹਦੇ ਨਾਲ ਮੈਨੂੰ ਮੇਰੇ ਯਾਰਾਂ ਦੋਸਤਾਂ ਨੇ ਵੀ ਮਜ਼ਾਕ ਬਣਾਉਣਾ ਕਿ ਤੂੰ ਬੋਡੀ ਬਿਲਡਿੰਗ ਦੀ ਗੱਲ ਕਰਦਾ, ਤੇਰੇ ਤਾਂ ਆਪਣੇ ਸਰੀਰ ਦੇ ਵਿੱਚ ਨਹੀਂ ਜਾਨ ਹੈਗੀ, ਤੂੰ ਬੋਡੀ ਬਿਲਡਿੰਗ ਕਿੱਦਾਂ ਕਰੇਂਗਾ, ਜਿਮ ਦੇ ਵਿੱਚ ਇੰਨਾ ਹੈਵੀ ਵੇਟ ਹੁੰਦਾ ਉਹ ਕਿੱਦਾਂ ਲਿਫਟ ਕਰੇਂਗਾ, ਉੱਪਰੋਂ ਡਾਈਟ ਮੈਨੂੰ ਪਤਾ ਨਹੀਂ, ਅਤੇ ਜਿਹੜੀ ਡਾਈਟ ਪਤਾ ਉਹ ਮੈਨੂੰ ਡਾਈਜੈਸਟ ਨਹੀਂ ਹੁੰਦੀ। ਤਾਂ ਇਹ ਚੀਜ਼ਾਂ ਨੇ ਮੈਨੂੰ ਕਾਫੀ ਮਿਹਨਤ ਵੱਲ ਹੋਰ ਪ੍ਰੇਰਿਆ। ਪਰ ਮੈਂ ਇਹ ਸਮਝਦਾ ਕਿ ਜੇ ਉਦੋਂ ਅਜਿਹਾ ਸਮਾਂ ਨਾ ਹੁੰਦਾ ਕਿ ਮੈਨੂੰ ਜਿਹੜੇ ਅੱਜ ਮੇਰੇ ਫੋਲੋਅਰ ਆ, ਜਿਹੜੇ ਮੇਰੇ ਪ੍ਰਸ਼ੰਸਕ ਆ, ਮੈਂ ਉਹਨਾਂ ਨੂੰ ਨਹੀਂ ਓਨੀ ਜਿੰਨੀ ਕਿ ਮੈਨੂੰ ਜਿਨ੍ਹਾਂ ਨੇ ਨਹੀਂ ਸਪੋਰਟ ਕੀਤੀ ਉਹਨਾਂ ਦਾ ਮੈਂ ਧੰਨਵਾਦੀ ਹਾਂ। ਉਹਨਾਂ ਦੀ ਬਦੌਲਤ ਹੀ ਮੈਂ ਇੱਥੇ ਹੈਗਾ ਆ। ਅੱਛਾ, ਮੇਰਾ ਅਗਲਾ ਹੀ ਸਵਾਲ ਇਹੀ ਹੈ ਕਿ ਦੁੱਲੋਵਾਲ ਦਾ ਹੁਣ ਭਾਰ ਕਿੰਨਾ ਆ, ਜਾਂ ਫਿਰ ਉਦੋਂ ਭਾਰ ਕਿੰਨਾ ਸੀ ਜਦੋਂ ਏਸ਼ੀਅਨ ਚੈਂਪੀਅਨਸ਼ਿਪ ਜਿਹੜੀ ਆ ਉਹ 골ਡ ਮੈਡਲਿਸਟ ਨਾਲ ਜਿੱਤੀ ਸੀ? ਮੇਰਾ ਅੱਜ ਦੀ ਡੇਟ ਜਿਹੜਾ ਬੋਡੀ ਵੇਟ ਹੈਗਾ ਆ ਉਹ 104 ਕਿਲੋ ਹੈਗਾ ਹੈ ਅੱਜ ਦਾ। ਐਂਡ ਜਦੋਂ ਮੈਂ ਚੈਂਪੀਅਨਸ਼ਿਪ ਸੀਗਾ ਉਦੋਂ ਵੀ ਮੇਰਾ ਤਕਰੀਬਨ 102 ਤੋਂ 103 ਕਿਲੋ ਸੀਗਾ। ਹੁਣ ਮੈਂ ਥੋੜ੍ਹਾ ਸਮਾਂ ਐਕਸਰਸਾਈਜ਼ ਨੂੰ ਰੂਟੀਨ ਵਾਈਜ਼, ਪ੍ਰੋਫੈਸ਼ਨ ਵਾਈਜ਼ ਥੋੜ੍ਹਾ ਜਿਹਾ ਘੱਟ ਕਰਤਾ, ਬੰਦ ਨਹੀਂ ਕੀਤਾ। ਹੁਣ ਐਕਸਰਸਾਈਜ਼ ਚੱਲਦੀ ਆ, ਬਟ ਉਹ ਪ੍ਰੋਫੈਸ਼ਨਲ ਲੈਵਲ ਦੀ ਨਹੀਂ, ਸਿਰਫ ਬੋਡੀ ਨੂੰ ਫਿੱਟ ਰੱਖਣ ਲਈ ਐਕਸਰਸਾਈਜ਼ ਚੱਲਦੀ ਆ। ਅੱਛਾ, ਜਦੋਂ ਆਪਾਂ ਗੱਲ ਕਰਦੇ ਹਾਂ ਕਿ ਵਸੀਲੇ ਨਹੀਂ ਹੈਗੇ ਛੋਟੇ ਸ਼ਹਿਰਾਂ ਦੇ ਵਿੱਚ, ਤੇ ਜਦੋਂ ਤੁਹਾਡਾ ਸਫ਼ਰ ਸ਼ੁਰੂ ਹੁੰਦਾ ਆ ਤੇ ਫਿਰ ਉਹਦੀ ਸ਼ੁਰੂਆਤ ਜਿੱਦਾਂ ਤੁਸੀਂ ਕਹਿੰਦੇ ਹੋ ਕਿ ਮੈਂ ਗਿਆ ਤੇ ਮੈਂ ਸਿਰਫ ਥੋੜ੍ਹਾ ਭਾਰ ਸੀਗਾ ਮੇਰਾ, ਤੇ ਟਿਚਰਾਂ ਕਰਦੇ ਸੀ ਲੋਕੀ, ਤੇ ਉਹ ਸ਼ੁਰੂਆਤ ਕਿੱਦਾਂ ਹੋਈ? ਪਹਿਲੇ 2 ਸਾਲ ਕਿੱਦਾਂ ਦੇ ਸੀਗੇ ਤੇ ਫਿਰ ਕਿਵੇਂ ਹੌਲੀ-ਹੌਲੀ ਤੁਸੀਂ ਇਹ ਸਭ ਕੁਛ ਨੂੰ ਗੇਨ ਕੀਤਾ ਤੇ ਅੱਗੇ ਵਧੇ? ਪਹਿਲੇ ਸਾਲ ਮੈਨੂੰ ਘਰ ਦੇ ਵਿੱਚੋਂ ਵੀ ਕੋਈ ਸਪੋਰਟ ਨਹੀਂ ਸੀ, ਕਿਉਂਕਿ ਘਰ ਦੇ ਵਿੱਚੋਂ ਵੀ ਸਪੋਰਟ ਉਦੋਂ ਹੀ ਹੁੰਦੀ ਜਦੋਂ ਅਸੀਂ ਆਪਣੀ ਫੈਮਿਲੀ ਨੂੰ ਦੱਸ ਪਾਉਂਦੇ ਹਾਂ ਕਿ ਮੈਂ ਆਹ ਕਰਨਾ ਚਾਹੁੰਦਾ। ਕਿਉਂਕਿ ਇਹ ਜਿਹੜਾ ਬੋਡੀ ਬਿਲਡਿੰਗ ਸਪੋਰਟਸ ਆ ਇਹ ਇੰਟਰਨੈਸ਼ਨਲ ਸਪੋਰਟਸ ਆ, ਪਰ ਹੈ ਬਹੁਤ ਵਧੀਆ ਹੈ, ਬਹੁਤ ਇਹਦੇ ਵਿੱਚ ਸਾਨੂੰ ਅੱਗੇ ਜਾ ਕੇ ਕਾਮਯਾਬੀ ਮਿਲਦੀ ਆ, ਮਿਲ ਵੀ ਰਹੀ ਆ। ਪਰ ਉਸ ਟਾਈਮ ਮੇਰੇ ਪਰਿਵਾਰ ਨੂੰ ਨਹੀਂ ਸੀ ਪਤਾ ਵੀ ਇਹ ਚੀਜ਼ ਕਿਸ ਤਰ੍ਹਾਂ ਦੀ, ਤਾਂ ਉਹ ਸਮਝਾਉਣ ਲਈ ਮੈਨੂੰ ਕਾਫੀ ਸਮਾਂ ਲੱਗ ਗਿਆ। ਪਰ ਡਾਈਟ ਉਦੋਂ ਵੀ ਮੈਨੂੰ ਜ਼ਰੂਰੀ ਸੀ। ਡਾਈਟ ਦੇ ਜਿਹੜੇ ਖਰਚੇ ਪੂਰੇ ਕਰਨ ਲਈ ਮੈਨੂੰ ਘਰੋਂ ਤਾਂ ਨਹੀਂ ਮਿਲਦੇ ਸੀ, ਘਰੋਂ ਸਿਰਫ ਮੈਨੂੰ ਸਕੂਲ ਕਾਲਜ ਦੀ ਪੜ੍ਹਾਈ ਦਾ ਖਰਚਾ ਮਿਲਦਾ ਸੀ, ਜੋ ਜ਼ਰੂਰੀ ਸਮਝਦੇ ਸੀ ਮਾਂ ਪਿਓ, ਕਿਉਂਕਿ ਉਹਨਾਂ ਨੂੰ ਪਤਾ ਨਹੀਂ ਸੀ। ਪਰ ਮੈਨੂੰ ਜਿਹੜੇ ਡਾਈਟ ਦੇ ਖਰਚੇ ਪੂਰੇ ਕਰਨ ਲਈ ਮੈਂ ਕੁਝ ਸਮਾਂ ਅਖਬਾਰਾਂ ਵੀ ਵੰਡੀਆਂ, ਅਤੇ ਅਖਬਾਰਾਂ ਵੰਡਣ ਤੋਂ ਬਾਅਦ ਮੈਂ ਥੋੜ੍ਹਾ ਜਿਹਾ ਆਪਣੇ ਆਪ ਨੂੰ ਹੋਰ ਮਿਹਨਤ ਵੱਲ ਲੈ ਕੇ ਗਿਆ ਕਿ ਮੈਂ ਕੋਰੀਅਰ ਵੰਡਣੇ ਸ਼ੁਰੂ ਕੀਤੇ। ਕੁਛ ਛੋਟੇ ਕੋਰੀਅਰ ਮੈਂ ਦਿਨ ਦੇ ਵਿੱਚ ਕੋਰੀਅਰ ਵੰਡਦਾ, ਤਾਂ ਕੁਝ ਸਮਾਂ ਮੈਂ ਆਪਣੀ ਪੜ੍ਹਾਈ ਵੱਲ ਵੀ ਲਾਉਂਦਾ, ਅਤੇ ਉਹ ਕੋਰੀਅਰ ਦੇ ਖਰਚੇ ਤੋਂ ਜੋ ਮੈਨੂੰ ਡਾਈਟ ਦਾ ਖਰਚਾ ਆਉਂਦਾ ਉਹ ਤੋਂ ਮੈਂ ਆਪਣੀ ਹਲਕੀ ਫੁਲਕੀ ਡਾਈਟ ਜਿੰਨੀ ਕੁ ਮੇਰੇ ਧਿਆਨ ਸੀ ਉਹ ਮੈਂ ਪੂਰੀ ਕਰਦਾ। ਅੱਛਾ, ਬਾਡੀ ਬਿਲਡਿੰਗ ਨੂੰ ਅਸੀਂ ਫੁੱਲ ਟਾਈਮ ਪ੍ਰੋਫੈਸ਼ਨ ਮੰਨ ਸਕਦੇ ਹਾਂ ਕਿ ਹੁਣ ਉਹਦੇ 'ਚ ਇੰਨੀ ਕੁ ਕਮਾਈ ਹੈ? ਬਿਲਕੁਲ ਹੈ। ਬੋਡੀ ਬਿਲਡਿੰਗ ਤੁਸੀਂ ਕਰਕੇ ਆਪਣੇ ਆਪ ਨੂੰ ਇੱਕ ਸਮਾਜ ਦਾ ਇੱਕ ਅਨਿੱਖੜਵਾਂ ਇੱਕ ਅੰਗ, ਇੱਕ ਵੱਖਰੀ ਪਹਿਚਾਣ ਬਣਾ ਸਕਦੇ। ਉਸ ਤੋਂ ਵੀ ਉੱਪਰ ਇਹਦੇ ਵਿੱਚ ਜਿਹੜੀ ਇੱਕ ਮਿਹਨਤ ਲੱਗਦੀ, ਡੈਡੀਕੇਸ਼ਨ, ਰੂਟੀਨ, ਡਾਈਟ ਦਾ, ਐਕਸਰਸਾਈਜ਼ ਦਾ, ਉਹ ਤੁਹਾਨੂੰ ਇੱਕ ਬੋਡੀ ਬਿਲਡਰ ਨਹੀਂ, ਤੁਹਾਨੂੰ ਇੱਕ ਅਲੱਗ ਇਨਸਾਨ ਹੀ ਬਣਾ ਦਿੰਦਾ। ਕਿਉਂਕਿ ਸਾਨੂੰ ਹਰ ਵਕਤ 24 ਘੰਟਿਆਂ 'ਚ ਆਪਣੀ ਡਾਈਟ, ਆਪਣੀ ਐਕਸਰਸਾਈਜ਼, ਆਪਣਾ ਰੂਟੀਨ, ਹਰ ਵਕਤ ਉਹਨੂੰ ਬੈਲੈਂਸ ਕਰਨਾ ਪੈਂਦਾ। ਅਤੇ ਮੈਂ ਇਹ ਮੰਨਦਾ ਕਿ ਜੇ ਮੈਂ ਬੋਡੀ ਬਿਲਡਰ ਨਾ ਹੁੰਦਾ ਤਾਂ ਮੈਂ ਇੱਕ ਆਮ ਇਨਸਾਨ ਹੋਣਾ ਸੀਗਾ, ਕਿਉਂਕਿ ਬੋਡੀ ਬਿਲਡਿੰਗ ਨੇ ਸਿਖਾਇਆ ਕਿ ਮੈਨੂੰ ਸਮਾਜ 'ਚ ਕਿੱਦਾਂ ਵਿਚਰਨਾ, ਕਿਸੇ ਨਾਲ ਕਿਸ ਤਰ੍ਹਾਂ ਗੱਲ ਕਰਨੀ ਆ, ਕਿਸੇ ਨਾਲ ਕਿਸ ਤਰ੍ਹਾਂ ਦਾ ਵਿਹਾਰ ਕਰਨਾ ਆ, ਉਹ ਸਾਰਾ ਬੋਡੀ ਬਿਲਡਿੰਗ। ਅਤੇ ਜੇ ਤੁਸੀਂ ਗੱਲ ਕਰਦੇ ਇਨਕਮ ਦੀ, ਇਨਕਮ ਇਹਦੇ ਵਿੱਚ ਸਾਡੀ ਸੋਚ ਤੋਂ ਵੀ ਉੱਪਰ ਆ, ਬਟ ਤੁਹਾਨੂੰ ਹਰ ਟਾਈਮ
ਐਕਟਿਵ ਹਾਰਡ ਵਰਕਰ ਹੀ ਰਹਿਣਾ ਪੈਣਾ। ਉਹ ਸਿਰਫ ਚੇਂਜ ਹੋ ਸਕਦਾ ਜਦੋਂ ਅਸੀਂ ਐਕਸਰਸਾਈਜ਼ ਕਰਦੇ ਸੀ, ਉਦੋਂ ਅਸੀਂ ਜਿਮ ਦੇ ਵਿੱਚ ਜ਼ਿਆਦਾ ਹਾਰਡ ਵਰਕ ਕਰਦੇ ਸੀ। ਐਕਸਰਸਾਈਜ਼ ਹੁਣ ਵੀ ਕਰਦੇ, ਹੁਣ ਜਿਮ ਦੇ ਨਾਲ ਅਸੀਂ ਜਿਹੜੇ ਨੌਜਵਾਨ ਆ, ਜਿਹੜੇ ਛੋਟੀ ਉਮਰ ਦੇ ਲੜਕੇ, ਉਹਨਾਂ ਨੂੰ ਪ੍ਰੇਰਿਤ ਕਰਦੇ ਹੋ ਵੀ ਇੱਕ ਤਰ੍ਹਾਂ ਦਾ ਹਾਰਡ ਵਰਕ ਹੀ ਆ, ਤਾਂ ਉਹਦੇ ਨਾਲ ਅਸੀਂ ਕਾਫੀ ਹੱਦ ਤੱਕ ਅੱਛੀ ਇਨਕਮ ਕਰ ਸਕਦੇ ਹਾਂ। ਮੈਂ ਇਹ ਸਵਾਲ ਇਸ ਲਈ ਪੁੱਛਿਆ ਸੀ ਕਿਉਂਕਿ ਇਹਨੂੰ ਹਜੇ ਵੀ ਪ੍ਰੋਫੈਸ਼ਨ ਨਹੀਂ ਮੰਨਦੇ। ਆਪਾਂ ਕਹਿੰਦੇ ਆ ਕਿ ਜੀ ਕਬੱਡੀ ਜਿਹੜੀ ਆ ਉਹਦੇ ਵਿੱਚ ਤਾਂ ਹੁਣ ਕਮਾਈ ਹੋਣੀ ਸ਼ੁਰੂ ਹੋ ਗਈ ਆ, ਬਾਡੀ ਬਿਲਡਿੰਗ ਦੇ ਵਿੱਚ ਨਹੀਂ ਹੁੰਦੀ ਹੈਗੀ। ਕਿਉਂਕਿ ਮੈਂ ਅਕਸਰ ਗੱਲਾਂ ਸੁਣਦਾ ਆ, ਕਿਉਂਕਿ ਸਾਡੇ ਪਿੰਡਾਂ ਦੇ ਵਿੱਚ ਜਾਂ ਘਰਾਂ ਦੇ ਵਿੱਚ ਬਾਡੀ ਬਿਲਡਿੰਗ ਨੂੰ ਅਸੀਂ ਪ੍ਰੋਫੈਸ਼ਨ ਨਹੀਂ ਮੰਨਦੇ। ਉਹ ਪਿੱਛੇ ਜਿਹੇ ਇੱਕ ਵੀਡੀਓ ਲੀਕ ਹੁੰਦੀ ਆ, ਮੁੰਡਾ ਜਿਹੜਾ ਆ ਤੇ ਉਹਦੀ ਪਤਨੀ ਦੋਨਾਂ ਨੇ ਬੜਾ ਹਾਰਡ ਵਰਕ ਕੀਤਾ ਆ ਔਰ ਜਿੱਤਦੇ ਆ, ਤੇ ਪਰ ਉਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਜਿਹੜੀ ਬੜੀ ਵਾਇਰਲ ਹੁੰਦੀ YouTube ਤੇ ਵੀਡੀਓ, ਕਿ ਬਹੁਤ ਕਰਨ ਤੋਂ ਬਾਅਦ ਵੀ ਤੁਹਾਨੂੰ ਮਤਲਬ ਉਹ ਸਭ ਕੁਝ ਨਹੀਂ ਮਿਲਦਾ। ਜਿਵੇਂ ਤੁਸੀਂ ਕਹਿੰਦੇ ਹੋ ਕਿ ਇੱਕ ਬਹੁਤ ਚੰਗਾ ਪ੍ਰੋਫੈਸ਼ਨ ਹੈ, ਜਿਹੜੇ ਯੰਗਸਟਰ ਆ, ਬਡਿੰਗ ਆ, ਉਹ ਆ ਸਕਦੇ ਆ। ਇਹ ਸਵਾਲ ਮੈਂ ਇਸ ਲਈ ਪੁੱਛਿਆ ਸੀਗਾ। ਇਹਦੇ ਵਿੱਚ ਇਹ ਹੁੰਦਾ ਕਿ ਅਸੀਂ ਦੇਖੋ ਜਿਹੜੇ ਅੱਜ ਕੱਲ੍ਹ ਬੋਡੀ ਬਿਲਡਰ ਆ ਜਾਂ ਕੋਈ ਵੀ ਫਿਟਨੈਸ ਲਾਈਨ ਆ, ਇਸ ਲਾਈਨ 'ਚ ਰਿਲੇਟਿਡ ਆ, ਕਿਉਂਕਿ ਇਹਦੇ ਵਿੱਚ ਬੋਡੀ ਬਿਲਡਿੰਗ ਆ, ਮੈਨ ਫਿਜ਼ੀਕ ਆ, ਕਲਾਸਿਕ ਬੋਡੀ ਬਿਲਡਿੰਗ, 3 ਤੋਂ 4 ਤਰ੍ਹਾਂ ਦੇ ਇਵੈਂਟ ਆ। ਉਹਦੇ ਵਿੱਚ ਅਸੀਂ ਜੋ ਮੈਂ ਖੁਦ ਕੀਤਾ ਕਿ ਅਸੀਂ ਪਹਿਲਾਂ ਮੈਡਲ ਅਚੀਵ ਕਰਦੇ, ਨੈਸ਼ਨਲ ਇੰਟਰਨੈਸ਼ਨਲ ਲੈਵਲ। ਉਸ ਮੈਡਲ ਨੂੰ ਅਚੀਵ ਕਰਨ ਤੋਂ ਬਾਅਦ ਅਸੀਂ ਜਿਹੜੇ ਸਾਡੇ ਨਾਲ ਅੱਛੇ ਲੋਕ ਜੁੜੇ ਹੋਏ ਆ, ਉਹਨਾਂ ਨੂੰ ਜੋ ਉਹ ਪੁੱਛਦੇ ਆ ਉਹ ਸਾਨੂੰ ਦੱਸਣਾ ਪੈਂਦਾ ਕਿ ਬੋਡੀ ਬਿਲਡਿੰਗ ਇੱਕ ਦਿਨ ਦਾ ਫੀਲਡ ਨਹੀਂ ਹੈਗਾ। ਤੁਸੀਂ ਅੱਜ ਬੋਡੀ ਬਣਾ ਲਈ ਤਾਂ ਤੁਹਾਡੀ ਬੋਡੀ ਬਣੀ ਹੈ, ਤਾਂ ਤੁਸੀਂ ਕਿਸੇ ਨੂੰ ਇਹ ਕਹੋ ਕਿ ਮੇਰੇ ਕੋਲ ਮੈਡਲ ਆ, ਮੈਨੂੰ ਆ ਕੇ ਕੋਈ ਮੇਰੀ ਇਨਕਮ ਦੇ ਜਾਂ ਸੋਰਸ ਦਿਓ ਜਾਂ ਕੁਛ ਨਹੀਂ, ਤੁਹਾਨੂੰ ਫੇਰ ਉਨਾ ਹੀ ਹਾਰਡ ਵਰਕ ਕਰਨਾ ਪੈਣਾ। ਬਟ ਹਾਰਡ ਵਰਕ ਦਾ ਜਿਹੜਾ ਨਜ਼ਰੀਆ ਆ, ਉਹਦਾ ਟਰੈਕ ਆ, ਉਹ ਚੇਂਜ ਹੋਣਾ। ਹਾਰਡ ਵਰਕ ਫੇਰ ਰਹਿਣਾ। ਪਹਿਲਾਂ ਮੈਂ ਜਿਮ 'ਚ ਹਾਰਡ ਵਰਕ ਕਰਦਾ ਸੀ, ਹੁਣ ਮੈਨੂੰ ਆਮ ਜਿਹੜੇ ਟੀਨਏਜਰ ਆ ਜਾਂ ਯੰਗਸਟਰ ਆ, ਉਸ ਤੋਂ ਉੱਪਰ ਏਜ ਦੇ ਬੰਦੇ ਆ, ਉਹਨਾਂ ਨੂੰ ਡਾਈਟ ਬਾਰੇ, ਐਕਸਰਸਾਈਜ਼ ਬਾਰੇ ਮੈਨੂੰ ਜਾਣੂ ਕਰਵਾਉਂਦੇ ਰਹਿਣਾ ਪੈਣਾ। ਅਤੇ ਇਨਕਮ ਆਪਣੇ ਆਪ ਹੁੰਦੀ ਆ। ਅਤੇ ਇੰਪੋਰਟੈਂਟ ਚੀਜ਼ ਇਹਦੇ 'ਚ ਕੀ ਆ ਕਿ ਇਨਕਮ ਨਾਲੋਂ ਸਾਨੂੰ ਇਹਦੇ ਵਿੱਚ ਪਹਿਲਾਂ ਫੋਕਸ ਕਰਨਾ ਪੈਂਦਾ ਕਿ ਅਸੀਂ ਸਮਾਜ ਵਿੱਚ ਜਿਹੜੇ ਬੱਚੇ ਉਹਨਾਂ ਨੂੰ ਕੁਆਲਿਟੀ ਦਈਏ, ਵੀ ਤੁਹਾਨੂੰ ਕਿਹੜੀ ਚੀਜ਼ ਜਾਇਜ਼ ਆ, ਕਿਹੜੀ ਚੀਜ਼ ਨਹੀਂ ਜਾਇਜ਼। ਅੱਜ ਕੱਲ੍ਹ ਇਹ ਵੀ ਬੜਾ ਹੋ ਰਿਹਾ ਸਮਾਜ 'ਚ ਵੀ ਬਿਨਾਂ ਮਤਲਬ ਤੋਂ ਕੋਈ ਨਾ ਕੋਈ ਗਲਤ ਚੀਜ਼ ਦੱਸੀ ਜਾ ਰਹੀ, ਫਿਰ ਉਸ ਤੋਂ ਕਈ ਲੋਕਾਂ ਦਾ ਇਸ ਤੋਂ ਵਿਸ਼ਵਾਸ ਉੱਠਣਾ ਸ਼ੁਰੂ ਹੋ ਗਿਆ। ਅੱਛਾ, ਤੁਸੀਂ ਸ਼ਾਇਦ ਸਟੀਰੋਇਡ ਦੀ ਗੱਲ ਕਰਦੇ ਹੋ ਕਿ ਸਟੀਰੋਇਡ ਜਦੋਂ ਬੱਚਾ ਲੈਂਦਾ, ਛੋਟੀ ਉਮਰੇ ਲੈ ਲੈਂਦਾ, ਕਈ ਵਾਰੀ ਉਹਦਾ ਜਿਹੜਾ ਲੀਵਰ ਹੈ ਉਹ ਫਟਣ ਤੱਕ ਦੀਆਂ ਕਹਾਣੀਆਂ ਸੁਣਦੇ ਆ, ਨਿਊਜ਼ਸ ਆਉਂਦੀਆਂ ਨੇ। ਉਸ ਤੋਂ ਬਾਅਦ ਇਹ ਵੀ ਕਹਿੰਦੇ ਕਿ ਇੰਪੋਰਟੈਂਟ ਹੋ ਜਾਂਦਾ ਹੈ, ਉਹ ਨਾਮਰਦੀ ਗੱਲ ਵੱਧ ਜਾਂਦਾ ਆ। ਅੱਛਾ, ਇਹ ਹੈ ਕੀ ਹੈ ਸਟੀਰੋਇਡ, ਕੀ ਹੈ ਔਰ ਕਿਵੇਂ ਦਾ ਇਹ ਜਿਹੜਾ ਫੋਬੀਆ ਇਹਨੂੰ ਲੈ ਕੇ ਅਕਸਰ ਹੁੰਦਾ ਕਿ ਜਿਹੜੇ ਬਾਡੀ ਬਿਲਡਿੰਗ ਕਰਦੇ ਆ ਉਹ ਐਡੇ ਲੀਨ ਮਸਲ ਨਹੀਂ ਲੈ ਸਕਦੇ, ਉਹ ਕਰਦੇ ਆ ਸਟੀਰੋਇਡ। ਤੁਸੀਂ ਇਹਦੇ ਲਈ ਕੀ ਕਹਿੰਦੇ ਹੋ? ਦੇਖੋ, ਬਾਡੀ ਬਣਾਉਣ ਲਈ ਸਭ ਤੋਂ ਪਹਿਲਾਂ ਜ਼ਰੂਰੀ ਆ ਤੁਹਾਨੂੰ ਘਰ ਦਾ ਫੂਡ। ਚਾਹੇ ਤੁਸੀਂ ਬਾਡੀ ਬਿਲਡਿੰਗ ਕਰਨੀ, ਚਾਹੇ ਤੁਸੀਂ ਵੈਸੇ ਬਾਡੀ ਫਿੱਟ ਰੱਖਣੀ, ਤੁਹਾਡਾ ਬੇਸ ਤੁਹਾਡਾ ਘਰ ਦਾ ਆਹਾਰ ਭੋਜਨ ਆ, ਜੋ ਅਸੀਂ ਰੂਟੀਨ 'ਚ ਖਾਂਦੇ। ਅਤੇ ਦੂਸਰੇ ਨੰਬਰ 'ਤੇ ਆਉਂਦੀ ਐਕਸਰਸਾਈਜ਼, ਉਸ ਆਹਾਰ, ਉਸ ਭੋਜਨ ਨੂੰ, ਉਸ ਫੂਡ ਨੂੰ ਪਚਾਉਣ ਲਈ। ਤੀਸਰੇ ਨੰਬਰ 'ਤੇ ਆਉਂਦੇ ਜਦੋਂ ਤੁਹਾਨੂੰ ਰਿਜ਼ਲਟ ਨਹੀਂ ਮਿਲ ਰਿਹਾ, ਫਿਰ ਕਿਸੇ ਸਟੇਜ 'ਤੇ ਆ ਕੇ ਤੁਹਾਨੂੰ ਸਪਲੀਮੈਂਟ। ਇਹ 3 ਚੀਜ਼ਾਂ ਤੱਕ ਅਸੀਂ ਸੀਮਿਤ ਰਹਿੰਦੇ। ਬਟ ਜਦੋਂ ਤੁਸੀਂ ਸਟੀਰੋਇਡਸ ਦੀ ਗੱਲ ਕੀਤੀ, ਸਟੀਰੋਇਡ ਈਜ਼ੀ ਭਾਸ਼ਾ 'ਚ ਕੀ ਆ, ਤਾਕਤ ਵਧਾਉਣ ਵਾਲੀ ਦਵਾਈ। ਬਟ ਉਹਨੂੰ ਅਸੀਂ ਰੈਕਮੈਂਡ ਨਹੀਂ ਕਰਦੇ। ਪਰ ਫਿਰ ਵੀ ਜੇ ਕਿਸੇ ਨੇ ਪ੍ਰੋਫੈਸ਼ਨ 'ਚ ਆਉਣਾ ਆ, ਉਹ ਇੱਕ ਡਾਕਟਰ ਦੀ ਪ੍ਰੋਪਰ ਟੀਮ ਹੁੰਦੀ ਆ, ਤੁਹਾਡੇ ਪਹਿਲਾਂ ਬਲੱਡ ਟੈਸਟ ਕੀਤੇ ਜਾਂਦੇ ਆ, ਉਸ ਤੋਂ ਬਾਅਦ ਉਹ ਡਾਕਟਰ ਹੀ ਤੁਹਾਨੂੰ ਰੈਕਮੈਂਡ ਕਰੂਗਾ ਕੀ ਇਹ ਲੈਣੇ ਸਹੀ, ਤੁਹਾਡੇ ਬਲੱਡ ਟੈਸਟ ਦੇ ਕੇ ਕੀ ਨਹੀਂ ਸਹੀ ਹੈਗਾ। ਅਤੇ ਜੇ ਅਸੀਂ ਆਮ ਗੱਲ ਕਰੀਏ, ਇੱਦਾਂ ਨਹੀਂ ਹੁੰਦਾ। ਆਮ ਕੀ ਹੁੰਦਾ ਆ, ਕੋਈ ਵੀ ਸ਼ੌਪਕੀਪਰ ਆ ਜਿਹੜਾ ਸਪਲੀਮੈਂਟ ਸੇਲ ਕਰਦਾ, ਜਾਂ ਕਿਸੇ ਵੀ ਜਿਮ 'ਚ ਚਲੇ ਜਾਵੇ ਨਵਾਂ ਬੱਚਾ, ਉਹਨੂੰ ਸਿਰਫ ਇਹ ਕਿਹਾ ਜਾਂਦਾ ਤੂੰ ਆਹ ਸਟੀਰੋਇਡ, ਆਹ ਇੰਜੈਕਸ਼ਨ ਲੈ, ਤੇਰੀ ਬੋਡੀ ਬਣ ਜੂਗੀ। ਮੈਨੂੰ ਇੱਕ ਚੀਜ਼ ਤੁਸੀਂ ਵੀ ਸਮਝਦੇ ਹੋਵੋਗੇ ਕਿ ਜੇ ਇੰਜੈਕਸ਼ਨ ਜਾਂ ਟੈਬਲੇਟ ਖਾ ਕੇ ਕਿਸੇ ਦੀ ਬੋਡੀ ਬਣਦੀ, ਡਾਕਟਰ ਸਭ ਤੋਂ ਫਿੱਟ ਹੋਣ, ਕੈਮਿਸਟ ਸ਼ੌਪ ਵਾਲੇ ਡਾਕਟਰ ਸਭ ਤੋਂ ਫਿੱਟ ਹੋਣ। ਉਹ ਕਿਉਂ ਨਹੀਂ ਫਿੱਟ ਹੁੰਦੇ? ਕਿਉਂਕਿ ਬੇਸ ਡਾਈਟ ਆ, ਬੇਸ ਐਕਸਰਸਾਈਜ਼ ਆ, ਉਹ ਕਰਨ ਤੋਂ ਬਾਅਦ ਹੀ ਅਸੀਂ ਫਿੱਟ ਹੋ ਸਕਦੇ। ਸਟੀਰੋਇਡ ਜਿਹੜੇ ਆ, ਇਹ ਇੱਕ ਹੈਲਪਿੰਗ ਹੈਂਡ ਆ, ਹੈਲਪ ਕਰਦੇ ਆ, ਸਿੱਧਾ ਕੰਮ ਨਹੀਂ ਕਰ ਸਕਦੇ। ਇਹਨਾਂ ਦੀ ਜ਼ਰੂਰਤ ਨਹੀਂ ਪੈਂਦੀ ਆਮ ਬੰਦੇ ਨੂੰ। ਪ੍ਰੋਫੈਸ਼ਨ 'ਚ ਵੀ ਉਦੋਂ ਤੱਕ ਨਹੀਂ ਪੈਂਦੀ ਜਦੋਂ ਤੱਕ ਸਾਡੀ ਬੋਡੀ ਨੂੰ ਨੋਰਮਲ ਡਾਈਟ, ਐਕਸਰਸਾਈਜ਼, ਸਪਲੀਮੈਂਟ ਨਾਲ ਰਿਜ਼ਲਟ ਆ ਰਿਹਾ। ਪਰ ਜੇ ਪੈ ਰਹੀ ਆ ਜਾਂ ਤੁਸੀਂ ਯੂਜ਼ ਕਰਨਾ ਚਾਹੁੰਦੇ ਆ, ਪ੍ਰੋਪਰ ਇੱਕ ਜਿਹੜਾ ਡਾਕਟਰ ਆ ਉਹਦੇ ਅੰਡਰ ਰਹਿ ਕੇ। ਅੱਛਾ, ਏਸ਼ੀਅਨ ਗੋਲਡ ਮੈਡਲ ਜਿੱਤਿਆ ਜਾ ਸਕਦਾ ਹੈ ਘਰ ਦੀ ਡਾਈਟ ਦੇ ਨਾਲ? ਬਿਲਕੁਲ, ਮੇਰੇ ਕੋਲ ਇੱਦਾਂ ਦੀਆਂ ਐਗਜ਼ਾਮਪਲ ਵੀ ਹੈਗੀਆਂ। ਮੇਰੇ ਖੁਦ ਦੇ ਹੀ ਸਟੂਡੈਂਟ ਹੈਗੇ। ਮੇਰੇ ਕੋਲ 18 ਸਾਲ ਦੇ ਜਿਹੜੇ ਸਬ ਜੂਨੀਅਰ ਕੈਟਾਗਰੀ ਦੇ ਮੈਨ ਫਿਜ਼ੀਕ ਦੇ ਲੜਕੇ ਆ, ਜਿਨ੍ਹਾਂ ਦਾ ਆਪਣੀ ਕੈਟਾਗਰੀ 'ਚ ਬ੍ਰੋਂਜ਼ ਮੈਡਲ ਆਇਆ ਏਸ਼ੀਆ ਲੈਵਲ 'ਚ। ਉਹਨਾਂ ਦੀ ਘਰ ਦੀ ਡਾਈਟ, ਐਕਸਰਸਾਈਜ਼ ਅਤੇ ਸਪਲੀਮੈਂਟ ਖਾਣ ਦੇ ਦੌਰਾਨ ਹੀ ਇਹ ਸਾਰੇ ਰਿਜ਼ਲਟ ਆਏ ਆ। ਜ਼ਰੂਰੀ ਨਹੀਂ ਹੈਗਾ ਕਿ ਅਸੀਂ ਸਟੀਰੋਇਡ ਹੀ ਯੂਜ਼ ਕਰੀਏ। ਜ਼ਰੂਰੀ, ਮੈਂ ਪਹਿਲਾਂ ਵੀ ਦੱਸਿਆ, ਡਾਈਟ ਆ, ਐਕਸਰਸਾਈਜ਼ ਆ, ਫਿਰ ਸਪਲੀਮੈਂਟ। ਅੱਛਾ, ਡਾਇਨਾਬੋਲ ਦਾ ਅੱਜ ਕੱਲ੍ਹ ਬੜਾ ਜ਼ਿਕਰ ਹੁੰਦਾ, ਡਾਇਨਾਬੋਲ, ਡੈਕਾ ਲਾ ਲਿਆ, ਇਹ ਜਿਹਨੂੰ ਇਹਨੂੰ ਸਪਲੀਮੈਂਟ ਗਿਣਦੇ ਆ ਜਵਾਕ, ਉਹ ਸਟੀਰੋਇਡ ਨਹੀਂ ਗਿਣਦੇ। ਇਹਨੂੰ ਕੀ ਕਹਿੰਦੇ ਤੁਸੀਂ? ਇਹ ਸਪਲੀਮੈਂਟ ਹੈ ਕਿ ਸਟੀਰੋਇਡ? ਨਹੀਂ, ਦੇਖੋ ਤੁਸੀਂ ਜਿਹੜੀ ਟੈਬਲੇਟ ਦਾ ਨਾਮ ਲਿਆ, ਉਹ ਟੈਬਲੇਟ ਆ, ਅਤੇ ਉਹ ਟੈਬਲੇਟ ਕੋਈ ਵੀ ਜਾਂ ਕੋਈ ਵੀ ਇੰਜੈਕਸ਼ਨ ਨੈਚੁਰਲ ਕਿੱਦਾਂ ਹੋ ਸਕਦਾ? ਸਟੀਰੋਇਡ ਕਿਉਂ ਨਹੀਂ ਹੋਊਗਾ?
ਆਰਟੀਫਿਸ਼ਲ ਆ ਉਹ ਸਟੀਰੋਇਡ। ਕੋਈ ਵੀ ਇੱਕ ਟੈਬਲੇਟ ਆ ਜਾਂ ਇੰਜੈਕਸ਼ਨ ਉਹਨੂੰ ਸਟੀਰੋਇਡ ਹੀ ਅਸੀਂ ਮੰਨਾਂਗੇ। ਇਹਨੂੰ ਜਿਹੜੇ ਸਮਾਜ 'ਚ ਵੇਚਣ ਵਾਲੇ ਕੁਝ ਪਰਸਨ ਆ ਨਾ, ਉਹ ਇਹਨੂੰ ਕਲੀਅਰ ਨਹੀਂ ਕਰ ਪਾਉਂਦੇ। ਕਿਉਂ ਨਹੀਂ ਕਲੀਅਰ ਕਰਦੇ? ਆਪਣੇ ਇੱਕ ਫਾਇਦੇ ਲਈ। ਵੀ ਮੈਂ ਮੰਨ ਲਓ ਕਿਸੇ ਨੂੰ ਕੋਈ ਚੀਜ਼ ਦੇਣੀ, ਉਹਨੂੰ ਮੇਰਾ ਖੁਦ ਦਾ ਰੁਝਾਨ ਹੁੰਦਾ ਕਿ ਉਹਨੂੰ ਮੈਂ ਕਲੀਅਰ ਕਰਦਾ ਕਿ ਇਹ ਚੀਜ਼ ਤੁਹਾਡੇ ਲਈ ਜ਼ਰੂਰੀ ਹੈ ਜਾਂ ਨਹੀਂ ਹੈ। ਪਰ ਆਮ ਬੰਦੇ ਕੀ ਕਰਦੇ? ਉਹਨੂੰ ਸਿਰਫ ਆਪਣੇ ਕੁਛ ਪੈਸੇ ਕਮਾਉਣ ਲਈ, ਚੰਦ ਕੁਛ ਰੁਪਈਏ ਕਮਾਉਣ ਲਈ ਉਹਨੂੰ ਇਹਦਾ ਇੱਕ ਨਾਮ ਦੇ ਦਿੰਦੇ ਕਿ ਇਹ ਨੈਚੁਰਲ ਆ। ਪਰ ਤੁਸੀਂ ਵੀ ਸਮਝਦੇ ਇੱਕ ਟੈਬਲੇਟ ਜਾਂ ਇੱਕ ਇੰਜੈਕਸ਼ਨ ਕਿੱਦਾਂ ਨੈਚੁਰਲ ਹੋ ਸਕਦਾ? ਜਦੋਂ ਆਪਾਂ ਬਾਡੀ ਬਿਲਡਿੰਗ ਦੀ ਗੱਲ ਕਰਦੇ ਆ, ਆਪਾਂ ਟੋਨ ਬਾਡੀਜ਼ ਦੇਖਦੇ ਆ, ਕਟਿੰਗ ਬਾਡੀ ਦੇਖਦੇ ਆ, ਤੇ ਅਕਸਰ ਉਹਦੇ ਨਾਲ ਇੱਕ ਬੜੀ ਸ਼ਿਕਾਇਤ ਹੁੰਦੀ ਹੈ ਕਿ ਲੀਵਰ ਅਨਈਵਨ ਹੋ ਗਿਆ, ਕੇਅਰ ਸੁੱਜ ਗਿਆ ਆ, ਜਾਂ ਲੀਵਰ ਪ੍ਰੋਪਰ ਡਾਈਜੈਸਟ ਨਹੀਂ ਕਰਦਾ ਚੀਜ਼ਾਂ। ਇਹ ਪ੍ਰੋਬਲਮ ਕਿਉਂ ਹੁੰਦੀ ਹੈ? ਕਿਉਂਕਿ ਇਹ ਐਵੀਡੈਂਟ ਆ, ਇਹ ਕਹਿ ਲਓ ਕਿ ਪ੍ਰੂਫ ਹੋ ਚੁੱਕਾ ਕਿ ਬਹੁਤਾਤ ਦੇ ਵਿੱਚ ਇਹ ਪ੍ਰੋਬਲਮ ਹੁੰਦੀ ਹੈ। ਇਹ ਅਕਸਰ ਹੁੰਦਾ ਆ, ਇਹ ਕਿਉਂ ਹੁੰਦਾ ਆ ਜਾਂ ਫਿਰ ਦਾ ਕੀ ਕਾਰਨ ਹੈ? ਦੇਖੋ, ਇਹਦਾ ਰੀਜ਼ਨ ਇਹ ਆ ਕਿ ਜਦੋਂ ਅਸੀਂ ਐਨਾਬੋਲਿਕ ਦੀ ਲਾਈਨ, ਸਟੀਰੋਇਡ ਲਾਈਨ 'ਚ ਜਾਂਦੇ ਆ, ਤਾਂ ਸਾਨੂੰ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਡਾਕਟਰ ਦੀ ਜ਼ਰੂਰਤ ਹੈ ਇੱਕ। ਆਮ ਜਿਹੜਾ ਇਨਸਾਨ ਆ ਟੈਸਟ ਉਹ ਵੀ ਨਹੀਂ ਕਰਵਾਉਂਦਾ। ਅਸੀਂ ਜੇ ਆਮ ਇਨਸਾਨ ਦੀ ਗੱਲ ਕਰੀਏ, ਜਿਹੜਾ ਜਿਮ ਨਹੀਂ ਜਾਂਦਾ, ਜਿਹੜਾ ਡਾਈਟ ਨਹੀਂ ਖਾਂਦਾ, ਨਾਰਮਲ ਫੂਡ ਹੀ ਖਾਂਦਾ, ਸਾਇੰਸ ਉਹਨੂੰ ਕਹਿੰਦੀ ਕਿ ਤੁਸੀਂ ਸਾਲ ਵਿੱਚ 2 ਵਾਰੀ ਆਪਣੇ ਬਲੱਡ ਟੈਸਟ ਕਰਵਾਓ, ਆਪਣੀ ਕਿਡਨੀ ਦਾ, ਆਪਣੇ ਲੀਵਰ ਦਾ, ਆਪਣੇ ਹਾਰਟ ਦਾ। ਅਤੇ ਜਿਹੜਾ ਬੰਦਾ ਐਕਸਟਰਾ ਆਰਡੀਨਰੀ ਡਾਈਟ, ਐਕਸਟਰਾ ਆਰਡੀਨਰੀ ਸਪਲੀਮੈਂਟ, ਈਵਨ ਸਟੀਰੋਇਡ ਲੈ ਰਿਹਾ, ਉਹ ਸਾਲ ਦੇ ਵਿੱਚ 4 ਵਾਰੀ ਆਪਣੇ ਬਲੱਡ ਟੈਸਟ ਕਰਵਾਵੇ। ਕਿਉਂਕਿ ਤੁਹਾਨੂੰ ਬਲੱਡ ਟੈਸਟ ਦੇ ਰਾਹੀਂ ਪਤਾ ਲੱਗ ਜੂਗਾ ਕਿ ਮੇਰੀ ਬੋਡੀ 'ਚ ਆਹ ਪ੍ਰੋਬਲਮ ਆਉਣੀ ਸਟਾਰਟ ਹੋ ਗਈ। ਪਰ ਅਸੀਂ ਉਦੋਂ ਡਾਕਟਰ ਕੋਲ ਜਾਂਦੇ ਜਦੋਂ ਸਾਨੂੰ ਪ੍ਰੋਬਲਮ ਜਾਂ ਬਿਮਾਰੀ ਲੱਗ ਚੁੱਕੀ ਹੁੰਦੀ। ਉਦੋਂ ਹੱਲ ਨਹੀਂ ਹੁੰਦਾ, ਕਿ ਈਜ਼ੀ ਭਾਸ਼ਾ 'ਚ ਕਹਾਂ, ਵੇਲਾ ਲੰਘ ਚੁੱਕਿਆ ਹੁੰਦਾ। ਸੋ ਟੈਸਟ ਕਰਵਾਉਣ ਤੋਂ ਡਰਦੇ ਆ। ਟੈਸਟ ਕਰਵਾਉਣਾ ਬੜਾ ਈਜ਼ੀ ਆ। ਉਹਨੂੰ ਜੇ ਅਸੀਂ ਈਜ਼ੀ ਲੈਂਗੁਏਜ ਕਹੀਏ, ਕੱਲ੍ਹ ਨੂੰ ਆਪਣੀ ਕੋਈ ਤੁਸੀਂ ਬਿਮਾਰੀ ਲਵਾਉਣ ਤੋਂ ਚੰਗਾ ਜਾਂ ਡਾਕਟਰ ਕੋਲ ਜਾਣ ਤੋਂ ਪਹਿਲਾਂ ਆਪਣਾ 1000-500 ਰੁਪਏ ਦਾ ਇੱਕ ਟੈਸਟ ਕਰਵਾ ਲਓ। ਤੁਹਾਨੂੰ ਉਤੋਂ ਆਪਣੀ ਬੋਡੀ ਦੇ ਲੀਵਰ ਦੇ ਸਾਰੇ ਟੈਸਟ ਪਤਾ ਲੱਗਦੇ ਰਹਿਣਗੇ। ਅਤੇ ਜਿਹੜੀ ਇਹ ਦਿੱਕਤ ਆਉਂਦੀ, ਇਹ ਉਦੋਂ ਹੀ ਆਉਂਦੀ, ਕਿਉਂਕਿ ਬਿਮਾਰੀ ਇੱਕ ਦਿਨ 'ਚ ਜਾਂ ਪ੍ਰੋਬਲਮ ਲੀਵਰ ਦੀ ਇੱਕ ਦਿਨ 'ਚ ਨਹੀਂ ਹੁੰਦੀ, ਉਹ ਕਈ ਮਹੀਨਿਆਂ, ਕਈ ਹਫ਼ਤਿਆਂ 'ਚ ਹੁੰਦੀ ਆ। ਤਾਂ ਅਸੀਂ ਉਹਨੂੰ ਅਣਗੌਲਿਆ ਕਰਦੇ ਰਹਿੰਦੇ, ਇਹ ਕਹਿ ਕੇ ਕਿ ਟੈਸਟ ਕਰਵਾਉਣ ਨਾਲ ਵਹਿਮ ਪੈਦਾ ਹੋ ਜੂ। ਪਰ ਵਹਿਮ ਪਾਉਣਾ ਜ਼ਰੂਰੀ ਆ ਕਿ ਬਿਮਾਰੀ ਲਾਉਣੀ ਜ਼ਰੂਰੀ ਆ? ਵਹਿਮ ਪਾਉਣਾ, ਉਹਦਾ ਹੱਲ ਵੀ ਹੈਗਾ। ਜੇ ਬਿਮਾਰੀ ਲੱਗ ਗਈ, ਉਹਦਾ ਹੱਲ ਫਿਰ ਮੁਸ਼ਕਲ ਆ ਕਿ ਹੋਵੇ ਜਾਂ ਨਾ ਹੋਵੇ। ਸੋ ਜਿਹੜੇ ਟੈਸਟ ਆ ਉਹ ਜ਼ਰੂਰੀ ਆ, ਕਿਉਂਕਿ ਜਦੋਂ ਅਸੀਂ ਇਸ ਲਾਈਨ 'ਚ ਆਉਣਾ, ਸਾਨੂੰ ਸਭ ਤੋਂ ਪਹਿਲਾਂ ਜਿਹੜੀ ਜ਼ਰੂਰੀ ਆ, ਇੱਕ ਸਾਇੰਸ ਆ। ਸਾਇੰਸ ਦੇ ਨਾਲ ਖੁਦ ਨੂੰ ਵੀ ਸਾਇੰਟਿਸਟ ਬਣਨਾ ਪੈਣਾ। ਪਹਿਲਾਂ ਤਾਂ ਅਸੀਂ ਬੱਚਿਆਂ ਨੂੰ ਇਹਦੀ ਸਲਾਹ ਹੀ ਨਹੀਂ ਦਿੰਦੇ, ਪਰ ਜੇ ਕਿਸੇ ਬੱਚੇ ਨੇ ਆਉਣਾ, ਕਿਸੇ ਡਾਕਟਰ ਦੇ ਅੰਡਰ ਜਾਵੇ, ਫਿਰ ਇਹ ਚੀਜ਼ ਨਾ ਕਰੇ। ਅਤੇ ਜਦੋਂ ਤੁਸੀਂ ਪ੍ਰੋਪਰ ਟੈਸਟ ਕਰਵਾਉਂਦੇ ਆ, ਤੁਹਾਨੂੰ ਇੱਦਾਂ ਦੀ ਕੋਈ ਦਿੱਕਤ ਨਹੀਂ ਆਉਂਦੀ। ਚਲੋ, ਇਹ ਤਾਂ ਗੱਲ ਹੋ ਗਈ ਅੱਜ ਕੱਲ੍ਹ ਦੇ ਟ੍ਰੈਂਡ ਦੀ। ਤੇ ਦੁੱਲੋਵਾਲ ਨੇ ਜਦੋਂ ਕੀਤਾ ਸਟਾਰਟ, ਤੁਸੀਂ ਕਹਿੰਦੇ ਕਿ ਮੈਂ ਵੈਜੀਟੇਰੀਅਨ ਆ, ਤੇ ਵੈਜੀਟੇਰੀਅਨ ਨੂੰ ਲੈ ਕੇ ਇੱਕ ਮਿਥ ਹੁੰਦੀ ਹੈ ਕਿ ਇਹਨਾਂ ਦੇ ਸਰੀਰ ਨਹੀਂ ਬਣਦੇ। ਬਈ ਜੇ ਤੂੰ ਸਰੀਰ ਬਣਾਉਣਾ ਤਾਂ ਫਿਰ ਪ੍ਰੋਟੀਨ ਜਿਹੜਾ ਆ ਤੈਨੂੰ ਚਿਕਨ ਤੋਂ ਹੀ ਮਿਲਣਾ ਆ, ਜਾਂ ਫਿਰ ਤੈਨੂੰ ਇੱਦਾਂ ਦਾ ਹਾਰਡਕੋਰ ਪ੍ਰੋਟੀਨ ਲੈਣਾ ਪੈਣਾ, ਫਿਰ ਹੀ ਸਰੀਰ ਬਣਨਾ। ਤੇ ਫਿਰ ਦੁੱਲੋਵਾਲ ਸਾਹਿਬ ਉਹਨਾਂ ਨੇ ਕਿਵੇਂ ਮੈਨੇਜ ਕੀਤਾ ਸਭ ਕੁਝ? ਦੇਖੋ, ਬੋਡੀ ਕਿਸੇ ਚੀਜ਼ ਦੀ ਡਿਮਾਂਡ ਨਹੀਂ ਕਰਦੀ, ਉਹ ਸਿਰਫ ਜੇ ਡਿਮਾਂਡ ਕਰਦੀ ਖਾਣੇ ਦੀ। ਚੋਇਸ ਤੁਹਾਡੀ, ਤੁਸੀਂ ਕਿੱਦਾਂ ਦਾ ਖਾਣਾ ਦੇਣਾ। ਤਾਂ ਖਾਣੇ ਦੇ ਵਿੱਚ ਸਾਨੂੰ ਸਭ ਤੋਂ ਜ਼ਰੂਰੀ ਹੈਗਾ ਪ੍ਰੋਟੀਨ। ਅਤੇ ਜਦੋਂ ਸਾਡੇ ਸਮਾਜ 'ਚ ਅਸੀਂ ਕਿਸੇ ਨਾਲ ਪ੍ਰੋਟੀਨ ਦੀ ਗੱਲ ਕਰਦੇ, ਉਹਦੇ ਮਨ 'ਚ ਈਜ਼ੀ ਜੀ ਲੈਂਗੁਏਜ ਕਹਾਂਗੇ, ਪ੍ਰੋਟੀਨ ਦਾ ਬਾਕਸ, ਜਿਹਨੂੰ ਪੰਜਾਬੀ 'ਚ ਕਹਿੰਦੇ ਡੱਬਾ, ਘੁੰਮਣਾ ਸ਼ੁਰੂ ਹੋ ਜਾਂਦਾ। ਜਦ ਕਿ ਪ੍ਰੋਟੀਨ ਸਾਨੂੰ ਡੱਬੇ ਤੋਂ ਇੱਕ ਚੋਇਸ ਆ ਸਾਡੀ, ਤੁਸੀਂ ਕਿੱਥੋਂ ਲੈਣੀ। ਬੋਡੀ ਸਾਡੀ ਸਾਰਾ ਦਿਨ ਰਾਈਸ, ਚਪਾਤੀ, ਦਾਲਾਂ, ਹਰੀਆਂ ਸਬਜ਼ੀਆਂ, ਉੱਤੋਂ ਵੀ ਪ੍ਰੋਟੀਨ ਖਾਂਦੀ। ਤਾਂ ਬੋਡੀ ਹੈ ਹੀ ਪ੍ਰੋਟੀਨ ਬੇਸਡ ਆ। ਬੋਡੀ 'ਚ ਸਭ ਤੋਂ ਪਹਿਲਾਂ ਸੈੱਲ ਬਣਦੇ, ਕਈ ਸੈੱਲ ਇਕੱਠੇ ਹੋ ਕੇ ਟਿਸ਼ੂ ਬਣਾਉਂਦੇ, ਕਈ ਟਿਸ਼ੂ ਇਕੱਠੇ ਹੋ ਕੇ ਇੱਕ ਮਸਲ, ਇੱਕ ਔਰਗਨ ਬਣਾਉਂਦੇ। ਅਤੇ ਜ਼ਿਆਦਾ ਸੈੱਲ ਦੀ ਉਹਨਾਂ ਨੂੰ ਅਹਿਮੀਅਤ ਪਤਾ ਲੱਗਦੀ ਜਦੋਂ ਕਿਸੇ ਦੇ, ਜਿਨ੍ਹਾਂ ਨੂੰ ਅਸੀਂ ਪਲੇਟਲੇਟ ਵੀ ਕਹਿ ਦਿੰਦੇ ਹਾਂ, ਜਦੋਂ ਕਿਸੇ ਦੇ ਡੇਂਗੂ ਵਿੱਚ ਸੈੱਲ ਘਟਦੇ ਆ। ਉਹ ਸੈੱਲ ਉਹੋ ਹੀ ਹੁੰਦੇ ਆ ਜੋ ਪ੍ਰੋਟੀਨ ਨਾਲ ਬਣਦੇ ਆ। ਅਤੇ ਉਸ ਬੰਦੇ ਦੇ ਜਿਹਦੇ ਸੈੱਲ ਘਟੇ ਆ, ਉਹ ਘਟੇ ਹੋਣ ਤਾਂ ਉਹਦੇ ਕੋਲ ਬੋਲਣਾ ਤਾਂ ਬੜੀ ਦੂਰ ਦੀ ਗੱਲ, ਆਪਣਾ ਹੱਥ ਦਾ ਇਸ਼ਾਰਾ ਵੀ ਨਹੀਂ ਕਰ ਸਕਦਾ। ਬੋਡੀ ਨੂੰ ਪ੍ਰੋਟੀਨ ਚਾਹੀਦੀ ਆ। ਪ੍ਰੋਟੀਨ ਸੋਰਸ ਤੁਸੀਂ ਚੂਜ਼ ਕਰਨੇ, ਕਿਉਂਕਿ ਬੋਡੀ ਸਾਡੀ ਨਹੀਂ ਡਿਮਾਂਡ ਕਰਦੀ। ਉਦਾਹਰਨ ਦੇ ਤੌਰ 'ਤੇ ਇੱਕ ਬਾਈਕ ਆ ਸਾਡੀ, ਵਹੀਕਲ ਆ ਕੋਈ ਵੀ, ਉਹ ਚੱਲਣ ਲਈ ਕਾਹਦੀ ਡਿਮਾਂਡ ਕਰਦਾ? ਪੈਟਰੋਲ ਦੀ। ਜਾਂ ਕੋਈ ਕਾਰ ਆ, ਉਹ ਡੀਜ਼ਲ ਦੀ ਡਿਮਾਂਡ ਕਰਦੀ। ਉਹਨੂੰ ਨਹੀਂ ਹੈਗਾ ਕਿ ਉਹਨੂੰ ਪੈਟਰੋਲ ਤੁਸੀਂ ਇਸੇ ਪੰਪ ਤੋਂ ਪਾਓ ਜਾਂ ਇਸੇ ਸਟੇਸ਼ਨ ਤੋਂ ਪਾਓ, ਕਿਤੋਂ ਵੀ ਦੇ ਦਿਓ, ਉਹਨੇ ਚੱਲਣਾ ਆ। ਸੇਮ ਸਾਡੀ ਬੋਡੀ ਆ, ਇਹ ਕਿਸੇ ਚੀਜ਼ ਦੀ ਡਿਮਾਂਡ ਨਹੀਂ ਕਰਦੀ। ਇਹ ਡਿਮਾਂਡ ਕਰਦੀ ਆ ਤਾਂ ਸਿਰਫ ਪ੍ਰੋਟੀਨ ਦੀ। ਸੋਰਸ ਤੁਹਾਡੀ ਆਪਣੀ ਪਸੰਦ ਆ। ਹੁਣ ਅਸੀਂ ਵੈਜੀਟੇਰੀਅਨ ਦੀ ਗੱਲ ਕਰੀਏ, ਤਾਂ ਵੈਜੀਟੇਰੀਅਨ ਸੋਰਸ ਲੱਭਣ ਲਈ ਥੋੜ੍ਹਾ ਜਿਹਾ ਹਾਰਡ ਵਰਕ ਕਰਨਾ ਪੈਂਦਾ, ਜਿੱਦਾਂ ਕਿ ਦਾਲਾਂ, ਹਰੀਆਂ ਸਬਜ਼ੀਆਂ, ਡਰਾਈ ਫਰੂਟਸ, ਨਟਸ ਜਿਹੜੇ ਹੋ ਗਏ, ਬਦਾਮ, ਅਖਰੋਟ, ਕਾਜੂ, ਐਂਡ ਇਹਨਾਂ ਤੋਂ ਹਟ ਕੇ ਸੋਇਆਬੀਨ, ਪਨੀਰ, ਇਹਨਾਂ ਚੀਜ਼ਾਂ 'ਤੇ ਥੋੜ੍ਹੀ ਜਿਹੀ ਮੁਸ਼ੱਕਤ, ਮਿਹਨਤ ਕਰਨੀ ਪੈਂਦੀ, ਬਟ ਈਜ਼ੀ ਆ। ਕਿਉਂਕਿ ਮੇਰੀ ਇੱਕ ਸੋਚ ਆ ਕਿ ਮੰਨਣਾ ਆ ਕਿ ਜੇ ਤੁਸੀਂ ਸੜਕ 'ਤੇ ਚੱਲ ਪਏ, ਤੁਸੀਂ ਅੱਜ ਨਹੀਂ ਕੱਲ੍ਹ ਪੈਦਲ ਚੱਲੋਗੇ, ਕਿਸੇ ਤੋਂ ਲਿਫਟ ਲੈ ਕੇ ਪਹੁੰਚ ਜਾਓਗੇ, ਤੁਸੀਂ ਆਪਣਾ ਸਫ਼ਰ ਤੈਅ ਕਰ ਜਾਓਗੇ, ਪਰ ਚੱਲਣਾ ਤੁਹਾਡਾ ਫਰਜ਼ ਆ। ਸੋ ਬੜਾ ਈਜ਼ੀ ਆ ਵੈਜੀਟੇਰੀਅਨ ਰਹਿ ਕੇ ਬੋਡੀ ਬਿਲਡਿੰਗ ਕਰਨੀ, ਬੜੀ ਈਜ਼ੀ ਆ। ਪਰ ਸਿਰ ਸੋਰਸ ਸਟਾਰਟਿੰਗ 'ਚ ਲੱਭਣੇ ਮੁਸ਼ਕਿਲ ਹੋ ਜਾਂਦੇ ਆ। ਪਰ ਬੋਡੀ
ਨਾ ਨਾਨ ਵੈਜ ਦੀ ਡਿਮਾਂਡ ਕਰਦੀ ਆ, ਨਾ ਹੀ ਉਹ ਸਪਲੀਮੈਂਟ ਦੀ ਡਿਮਾਂਡ ਕਰਦੀ ਆ ਤੇ ਪ੍ਰੋਟੀਨ ਸੋਰਸ ਦੀ ਚੋਇਸ ਤੁਹਾਡੀ, ਤੁਸੀਂ ਕਿੱਥੋਂ ਪੈਦਾ ਕਰਨੇ। ਅੱਛਾ, ਔਨ ਐਨ ਐਵਰੇਜ ਇਹ ਬਹੁਤ ਹੁੰਦਾ ਆ ਕਿ ਅੱਜ ਕੱਲ੍ਹ ਅਸੀਂ ਕਾਰਬ ਕੱਟ ਕਰ ਲਿਆ, ਅਸੀਂ ਕਾਰਬਸ ਖਾਣੇ ਹੀ ਨਹੀਂਗੇ। ਮੈਂ ਵੀ ਆਪ ਵੀ ਨਹੀਂ ਕਾਰਬ ਖਾਣਾ, ਮੈਨੂੰ ਇਹ ਹੁੰਦਾ ਕਿ ਮੋਟਾ ਹੋ ਜਾਣਾ ਬੰਦੇ ਨੇ, ਹੈ ਨਾ। ਤੇ ਇਹ ਕੀ ਮੈਥਡ ਹੈ? ਤੁਸੀਂ ਰਾਈਸ ਦੀ ਗੱਲ ਕੀਤੀ ਤਾਂ ਅਸੀਂ ਬਰਾਊਨ ਰਾਈਸ ਤੇ ਸ਼ਿਫਟ ਹੋ ਗਏ ਹਾਂ, ਚਪਾਤੀ ਦੀ ਹੋ ਗਈ ਤਾਂ ਅਸੀਂ ਮਲਟੀਗ੍ਰੇਨ ਤੇ ਸ਼ਿਫਟ ਹੋ ਗਏ ਹਾਂ। ਇਹ ਚੰਗੀ ਚੀਜ਼ ਹੈ ਜਾਂ ਇਹ ਕਿਵੇਂ ਆ? ਦੇਖੋ, ਕਾਰਬੋਹਾਈਡਰੇਟ ਪਹਿਲਾਂ ਮੈਂ ਤੁਹਾਨੂੰ ਦੱਸਿਆ ਕਿ ਬਾਡੀ ਦਾ ਜਿਹੜਾ ਜ਼ਰੂਰੀ ਫੂਡ ਆ ਉਹ ਪ੍ਰੋਟੀਨ ਆ। ਪ੍ਰੋਟੀਨ ਤੋਂ ਬਾਅਦ ਦੂਸਰਾ ਫੂਡ ਹੁੰਦਾ ਜਿਹੜਾ ਸਾਡੀ ਬਾਡੀ ਦਾ ਗਲੂਕੋਜ਼ ਲੈਵਲ, ਈਜ਼ੀ ਲੈਂਗੁਏਜ ਕਹੇ ਤਾਂ ਸਾਡਾ ਜਿਹੜਾ ਸ਼ੂਗਰ ਲੈਵਲ, ਡਾਇਬਟਿਕ ਲੈਵਲ, ਉਹਨੂੰ ਮੈਨੇਜ ਕਰਦਾ, ਜਿਹੜਾ ਤੁਹਾਨੂੰ ਥੋੜ੍ਹੀ ਦੇਰ ਬਾਅਦ ਐਨਰਜੀ ਦਿੰਦਾ ਰਹਿੰਦਾ। ਤੇ ਰਹੀ ਕਾਰਬਸ ਦੀ ਗੱਲ, ਕਾਰਬੋਹਾਈਡਰੇਟ ਦੋ ਤਰ੍ਹਾਂ ਦੇ ਹੁੰਦੇ ਆ ਜਿਹੜੇ ਅਸੀਂ ਆਪਣੀ ਰੋਜ਼ ਦੀ ਦਿਨਚਰਿਆ 'ਚ ਰੂਟੀਨ 'ਚ ਖਾਂਦੇ ਆ, ਸਿੰਪਲ ਕਾਰਬਸ ਤੇ ਕੰਪਲੈਕਸ ਕਾਰਬਸ। ਹੁਣ ਸਿੰਪਲ ਕਾਰਬਸ ਕਿਹੜੇ ਆ ਗਏ? ਜਿਹੜੇ ਆਰਟੀਫੀਸ਼ੀਅਲ ਸੋਰਸ ਤੋਂ ਬਣਦੇ, ਲਾਈਕ ਪੀਜ਼ਾ, 버ਗਰ, ਸੌਫਟ ਡਰਿੰਕ, ਖੰਡ ਤੋਂ ਬਣੇ ਪ੍ਰੋਡਕਟ, ਇਹ ਸਾਰੇ ਸਿੰਪਲ ਕਾਰਬਸ ਆ। ਅਸੀਂ ਸਾਰਾ ਦਿਨ ਇਹਨਾਂ ਤੇ ਜ਼ਿਆਦਾ ਤਰਜੀਹ ਦਿੰਦੇ, ਜ਼ਿਆਦਾ ਧਿਆਨ ਦਿੰਦੇ। ਤੇ ਅਸੀਂ ਦੂਸਰੇ ਜੇ ਮਤਲਬ ਪਾਸੇ ਗੱਲ ਕਰੀਏ ਤਾਂ ਕਾਰਬੋਹਾਈਡਰੇਟ ਜਿਹੜੇ ਹੈਗੇ ਆ ਕੰਪਲੈਕਸ, ਉਹ ਕੁਦਰਤੀ ਆ, ਜਿਹਦੇ ਵਿੱਚ ਆਲੂ ਆ ਜਾਂਦੇ, ਤੁਹਾਡੇ ਸ਼ਕਰਕੰਦ ਆ ਜਾਂਦੀ ਆ, ਚਪਾਤੀ ਆ ਜਾਂਦੀ ਆ, ਰਾਈਸ ਆ ਜਾਂਦੇ, ਇਹ ਚੀਜ਼ਾਂ ਕੁਦਰਤੀ ਆ। ਹੁਣ ਤੁਸੀਂ ਵੀ ਸਮਝਦਾਰ ਆ ਕਿ ਜੇ ਅਸੀਂ ਕੁਦਰਤੀ ਸੋਰਸ ਆ ਉਹ ਖਾਈਏ ਤਾਂ ਫਾਇਦਾ ਹੋਊਗਾ, ਕਿ ਜੇ ਅਸੀਂ ਇਨਸਾਨ ਦੇ ਬਣਾਏ 버ਗਰ, ਪੀਜ਼ੇ ਖਾਈਏ ਉਹ ਨੁਕਸਾਨਦਾਇਕ ਆ ਜਾਂ ਉਹਨਾਂ ਦਾ ਫਾਇਦਾ ਹੋਊਗਾ। ਕਿਉਂਕਿ ਕੁਦਰਤ ਨੇ ਸਾਡੇ ਖਾਣ ਲਈ ਮਿੱਠੇ ਦੇ ਪ੍ਰੋਡਕਟ ਵੀ ਬਣਾਏ ਸੀ ਤੇ ਹਰੀਆਂ ਸਬਜ਼ੀਆਂ ਵੀ ਬਣਾਈਆਂ ਸੀ, ਕਾਰਬੋਹਾਈਡਰੇਟ ਵੀ ਬਣਾਏ ਸੀ, ਬਟ ਇਨਸਾਨ ਨੇ ਆਪਣੇ ਕੁਝ ਫਾਇਦਿਆਂ ਲਈ ਸਿੰਪਲ ਕਾਰਬਸ ਬਣਾ ਲਏ। ਤੇ ਸਿੰਪਲ ਕਾਰਬਸ ਸਾਨੂੰ ਨੁਕਸਾਨ ਕਰਦੇ ਆ, ਤੇ ਜਿਹੜੇ ਕੰਪਲੈਕਸ ਕਾਰਬਸ ਆ ਉਹਨਾਂ ਨੂੰ ਅਸੀਂ ਬੈਲੈਂਸ ਕਰਕੇ ਖਾਈਏ। ਤੇ ਜੇ ਅਸੀਂ ਜ਼ਿਆਦਾ ਵੀ ਖਾ ਲੈਂਦੇ ਤਾਂ ਆਪਣਾ ਰੂਟੀਨ ਦਾ ਕੋਈ ਨਾ ਕੋਈ ਫਿਜ਼ੀਕਲ ਐਕਟੀਵਿਟੀ, ਜਿਮ ਦੀ ਜਾਂ ਗਰਾਊਂਡ ਦੀ ਕਰੀ ਜਾਈਏ ਤਾਂ ਸਾਨੂੰ ਕੋਈ ਇੱਦਾਂ ਦੀ ਪ੍ਰੋਬਲਮ ਨਹੀਂ ਆਉਂਦੀ। ਪ੍ਰੋਬਲਮ ਉਦੋਂ ਹੀ ਆਉਂਦੀ ਜਦੋਂ ਅਸੀਂ ਆਪਣੇ ਹਿਸਾਬ ਨਾਲ ਆਪਣਾ ਡਾਈਟ ਪਲਾਨ ਕਿਸੇ ਵੱਲ ਦੇਖ ਕੇ ਐਡਜਸਟ ਕਰ ਲੈਂਦੇ, ਕਿਉਂਕਿ ਹਰ ਇਨਸਾਨ ਦੀ ਆਪਣੀ ਡਾਈਟ ਆ, ਆਪਣੀ ਐਕਸਰਸਾਈਜ਼ ਆ। ਤੇ ਜੇ ਤੁਹਾਨੂੰ ਇੱਕ ਛੋਟੀ ਜਿਹੀ ਉਦਾਹਰਨ ਦੇਵਾਂ, ਹਰ ਇਨਸਾਨ ਦਾ ਆਪਣਾ ਹੀ ਥੰਮ ਆ, ਆਪਣੀਆਂ ਅੱਖਾਂ ਦੀ ਸਕੈਨਿੰਗ ਆ, ਸਾਡੀ ਉਹ ਕਿਸੇ ਨਾਲ ਨਹੀਂ ਮਿਲਦੀ। ਤੇ ਸਾਡੀ ਡਾਈਟ, ਐਕਸਰਸਾਈਜ਼, ਈਵਨ ਪਾਣੀ ਪੀਣ ਦਾ ਤਰੀਕਾ ਵੀ ਕਿਸੇ ਨਾਲ ਕਿੱਦਾਂ ਮੈਚ ਕਰ ਸਕਦਾ। ਸੋ ਸਾਨੂੰ ਇਹਦੇ ਵਿੱਚ ਕਿਸੇ ਵੱਲ ਦੇਖ ਕੇ ਆਪਣੀ ਡਾਈਟ ਨੂੰ ਜਿਹੜਾ ਆ ਅਨਬੈਲੈਂਸ ਨਹੀਂ ਕਰਨਾ ਚਾਹੀਦਾ, ਤੇ ਧਿਆਨ ਦੇਣਾ ਚਾਹੀਦਾ। ਜਿਹੜੀ ਤੁਸੀਂ ਗੱਲ ਕੀਤੀ, ਕਾਰਬੋਹਾਈਡਰੇਟ ਜਿਹੜੇ ਕੰਪਲੈਕਸ ਆ, ਕੁਦਰਤ ਦੇ ਬਣਾਏ ਜਿੰਨੇ ਸੋਰਸ ਆ ਉਹਨਾਂ ਤੇ, ਨਾ ਕਿ ਸਿੰਪਲ। ਤੇ ਸਿੰਪਲ ਜਿਹੜੇ ਆ ਉਹ ਸਿਰਫ ਮੂੰਹ ਦੇ ਇੱਕ ਟੇਸਟ ਲਈ ਆ, ਕਿਤੇ ਮਹੀਨੇ 15 ਦਿਨਾਂ ਬਾਅਦ ਖਾ ਲੈ। ਚਲੋ ਇਹ ਗੱਲ ਤੇ ਹੁਣ ਕਲੀਅਰ ਹੋ ਗਈ ਹੈ ਕਿ ਤੁਸੀਂ ਕਾਰਬਸ ਖਾ ਸਕਦੇ ਆ। ਅੱਛਾ, ਵਾਈਟ ਚੌਲ ਜਿਹੜੇ ਆ ਉਹ ਵੀ ਕਾਰਬਸ ਚਾਹੁੰਦੇ ਨੇ, ਉਹ ਐਕਚੁਅਲ ਉਹਨਾਂ ਨੂੰ ਵੀ ਅਸੀਂ ਅਵੋਇਡ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਅਸੀਂ ਬਰਾਊਨ ਤੇ ਸ਼ਿਫਟ ਹੋ ਗਏ ਆ। ਤੇ ਫਿਰ ਇਹ ਵੀ ਕੁਦਰਤੀ, ਇਹ ਵੀ ਲੈ ਸਕਦਾ ਬੰਦਾ। ਦੇਖੋ, ਰਾਈਸ ਬਣਦੇ ਕਿੱਥੇ ਆ? ਪੈਦਾ ਕੁਦਰਤ ਦੇ ਕਿਸੇ ਸੋਰਸ 'ਚ ਹੀ ਹੁੰਦੇ ਆ ਨਾ, ਫੈਕਟਰੀ 'ਚ ਤਾਂ ਬਣਦੇ ਨਹੀਂ। ਤੇ ਜਿਹੜੀ ਵੀ ਕੁਦਰਤ ਨੇ ਚੀਜ਼ ਸਾਡੇ ਲਈ ਬਣਾਈ, ਉਹ ਕੋਈ ਸੋਚ ਸਮਝ ਕੇ ਬਣਾਈ, ਕਿਉਂਕਿ ਇਨਸਾਨ ਦੇ ਆਉਣ ਤੋਂ ਪਹਿਲਾਂ ਫੂਡ ਆ ਗਿਆ। ਬੱਚਾ ਪੈਦਾ ਹੁੰਦਾ ਨਾਲ ਹੀ ਉਹਦੇ ਮਾਂ ਦੇ ਦੁੱਧ ਆ ਜਾਂਦਾ। ਕੀ ਬੱਚੇ ਲਈ ਕੁਦਰਤ ਨੇ ਸਾਰੀ ਚੀਜ਼ਾਂ ਪੈਦਾ ਕੀਤੀਆਂ। ਅਸੀਂ ਵੀ ਇੱਦਾਂ ਹੀ ਆ। ਜਿੰਨੇ ਵੀ ਕੁਦਰਤੀ ਸੋਰਸ ਆ ਸਾਰੇ ਬੈਸਟ ਆ, ਕਿਉਂਕਿ ਅਸੀਂ ਇਨਸਾਨ ਗਲਤ ਹੋ ਸਕਦੇ, ਕੁਦਰਤ ਨਹੀਂ ਗਲਤ ਹੋ ਸਕਦੀ। ਸੋ ਜਿਹੜੇ ਕੁਦਰਤੀ ਸੋਰਸ ਆ ਉਹ ਤੁਸੀਂ ਸਾਰੇ ਖਾ ਸਕਦੇ, ਬਟ ਦਿੱਕਤ ਇੱਕੋ ਹੀ ਜਗ੍ਹਾ ਆਉਂਦੀ ਆ, ਜਦੋਂ ਅਸੀਂ ਉਹਨੂੰ ਅਨਬੈਲੈਂਸ ਜਾਂ ਲੋੜ ਤੋਂ ਜ਼ਿਆਦਾ ਆਪਣੇ ਤਰੀਕੇ ਖਾ ਲੈਂਦੇ ਆ, ਉਦੋਂ ਦਿੱਕਤ ਆਉਂਦੀ ਆ। ਤੇ ਜੇ ਦੂਸਰੀ ਚੀਜ਼ ਤੁਸੀਂ ਜ਼ਿਆਦਾ ਖਾ ਵੀ ਲਿਆ, ਤੁਹਾਨੂੰ ਬਰਨ ਕਰ ਲਓ, ਈਜ਼ੀ ਆ। ਕਿਉਂਕਿ ਅਸੀਂ ਵੀ ਕੁਦਰਤ ਦੇ ਬਣਾਏ ਆ ਤੇ ਸਾਡੇ ਲਈ ਸੋਰਸ ਵੀ ਕੁਦਰਤ ਦੇ। ਸਾਨੂੰ ਬਿਮਾਰੀ ਜਾਂ ਜਿਹੜੀਆਂ ਚੀਜ਼ਾਂ ਉਦੋਂ ਹੀ ਪ੍ਰੋਬਲਮ ਕਰਦੀਆਂ ਜਦੋਂ ਅਸੀਂ ਲੋੜ ਤੋਂ ਜ਼ਿਆਦਾ ਆਪਣੀ ਮਰਜ਼ੀ ਦਾ ਫੂਡ ਖਾਂਦੇ ਆ। ਅੱਛਾ, ਅੱਜ ਕੱਲ੍ਹ ਫਾਸਟਿੰਗ ਦਾ ਬਹੁਤ ਜ਼ਮਾਨਾ ਹੈ। ਇੰਟਰਮੀਡੀਏਟਿੰਗ ਫਾਸਟਿੰਗ ਹੁੰਦੀ ਆ, ਜਾਂ ਉੱਦਾਂ ਬੰਦਾ ਕਹਿੰਦਾ ਕਿ ਅਸੀਂ ਇੱਕ ਮੀਲ ਹੀ ਲੈਂਦੇ ਹਾਂ ਜੀ ਦਿਨ ਦਾ, ਤੇ ਬਾਕੀ ਅਸੀਂ ਜਿਹੜਾ ਕਦੀ ਕੋਈ ਮੀਲ ਨਹੀਂ ਲੈਂਦੇ। ਅਸੀਂ ਨੈਨੋ ਡਾਈਟ ਤੇ ਕੀਟੋ ਡਾਈਟ ਤੇ ਆ ਗਏ ਹਾਂ। ਤੇ ਇਹ ਫਾਸਟਿੰਗ ਵਾਕਈ ਫਾਇਦੇ ਵਾਲੀ ਹੈ? ਦੇਖੋ, ਫਾਸਟਿੰਗ ਨੂੰ ਅਸੀਂ ਈਜ਼ੀ ਭਾਸ਼ਾ 'ਚ ਗੱਲ ਕਰਦੇ ਹਾਂ, ਵਰਤ ਰੱਖਣਾ, ਭੁੱਖੇ ਰਹਿਣਾ। ਤੇ ਇਹ ਉਹਨਾਂ ਲਈ ਬੈਨੀਫਿਟ ਆ ਜਿਨ੍ਹਾਂ ਨੇ ਭਾਰ ਘਟਾਉਣਾ। ਸਿਰਫ ਭਾਰ ਹੀ ਘਟੂਗਾ, ਇਹਦੇ ਵਿੱਚ ਤੁਹਾਡੀ ਬਾਡੀ ਦੀ ਕੋਈ ਸਿਮੈਟਰੀ, ਕੋਈ ਸ਼ੇਪ, ਕੋਈ ਐਨਰਜੀ ਲੈਵਲ ਨਹੀਂ ਰਹੂਗਾ। ਕਿਉਂਕਿ ਸਰੀਰ ਆ ਉਹਨੂੰ ਘੱਟੋ ਘੱਟ ਵੀ 3 ਮੀਲ 3 ਟਾਈਮ ਖਾਣਾ ਚਾਹੀਦਾ। ਤੇ ਇਹ ਅੱਜ ਇੱਕ ਮਤਲਬ ਇਹਨੂੰ ਈਜ਼ੀ ਭਾਸ਼ਾ 'ਚ ਕਵਾਂਗੇ ਸ਼ੋਸ਼ਾ ਬਣ ਗਿਆ ਆਪਣੇ ਆਪ ਨੂੰ ਨਵੀਂ ਵੀਡੀਓ ਪਾ ਕੇ ਫੇਮਸ ਕਰਨ ਦਾ, ਕਿ ਤੁਸੀਂ ਫਾਸਟਿੰਗ ਕਰੋ ਪਤਲੇ ਹੋ ਜਾਓਗੇ। ਤਾਂ ਸਾਨੂੰ ਵੀ ਪਤਾ, ਤੁਸੀਂ ਵੀ ਕਾਮਨ ਸੈਂਸ ਰੱਖਦੇ, ਸਾਰੇ ਰੱਖਦੇ, ਕਿ ਅਸੀਂ ਜੇ ਪਰਹੇਜ਼ ਕਰਾਂਗੇ, ਡਾਈਟ ਨਹੀਂ ਖਾਵਾਂਗੇ, ਪਤਲੇ ਹੋ ਜਾਵਾਂਗੇ। ਪਰ ਪਤਲੇ ਹੋ ਕੇ ਡਾਈਟ ਘੱਟ ਖਾ ਕੇ, 1 ਮੀਲ ਖਾ ਕੇ ਤੁਸੀਂ ਬਾਡੀ ਨਹੀਂ ਬਣਾ ਸਕਦੇ। ਤੁਹਾਡਾ ਐਡਾ ਵੱਡਾ ਸਰੀਰ ਆ, ਤੁਸੀਂ 3 ਮੀਲ ਤਾਂ ਖਾਓਗੇ। 1 ਮੀਲ ਖਾ ਕੇ ਤੁਸੀਂ ਕਹੋ ਮੈਂ ਬੋਡੀ ਬਿਲਡਰ ਬਣ ਜਾਂ 1 ਮੀਲ ਖਾ ਕੇ ਮੇਰੀ ਬੋਡੀ ਮਸਕੂਲਰ ਹੋ ਜਾਵੇ, ਉਹ ਨਹੀਂ ਹੋਣੀ। ਸਿਰਫ ਤੇ ਸਿਰਫ ਇੱਕੋ ਹੀ ਚੀਜ਼ ਆ, ਤੁਸੀਂ ਵੀਕ ਹੋ ਜਾਓਗੇ, ਭਾਰ ਘਟ ਜਾਊਗਾ, ਪਤਲੇ ਹੋ ਜਾਓਗੇ। ਪਰ ਫਾਸਟਿੰਗ ਜੇ ਕਰਨੀ ਆ ਤਾਂ ਜੋ ਮੇਰਾ ਖੁਦ ਦਾ ਐਕਸਪੀਰੀਅੰਸ ਆ, ਹਫ਼ਤੇ 'ਚ 1 ਵਾਰੀ ਕਰੋ, ਉਹ ਵੀ 1 ਤੋਂ 2 ਮੀਲ ਲਓ। 1 ਮੀਲ ਨਹੀਂ, 1 ਜਾਂ 2 ਮੀਲ ਦੇ ਵਿੱਚ ਵਾਲਾ ਡਿਫਰੈਂਸ ਰੱਖੋ, ਤਾਂ ਕਿ ਜੋ ਤੁਸੀਂ ਰੂਟੀਨ 'ਚ ਖਾਂਦੇ ਆ ਉਸ ਤੋਂ ਹਟ ਕੇ ਤੁਹਾਡੇ ਲੀਵਰ ਨੂੰ, ਤੁਹਾਡੇ ਜਿਹੜਾ ਪੇਟ ਆ ਉਹਨੂੰ ਇੱਕ ਰੈਸਟ ਮਿਲੇ, ਤਾਂ ਤੁਹਾਡਾ ਜਿਹੜਾ ਮਾਈਂਡ ਸੈਟਅਪ ਆ ਉਹ ਵੀ ਠੀਕ ਹੋਵੇ।
ਅੱਛਾ ਚਲੋ ਇਹ ਤਾਂ ਸਾਰੀਆਂ ਗੱਲਾਂ ਡਾਈਟ ਦੇ ਨਾਲ ਹੋ ਗਈਆਂ। ਪਰ ਜਦੋਂ ਅਸੀਂ ਮੇਨ ਬਾਡੀ ਬਿਲਡਿੰਗ ਤੇ ਆਉਂਦੇ ਹਾਂ ਤੇ ਐਵਰੇਜ ਔਨ ਐਨ ਐਵਰੇਜ ਬੰਦਾ ਕਿੰਨਾ ਕਮਾ ਸਕਦਾ ਹੈ? ਕਿਉਂਕਿ ਜਿਹੜੇ ਮੁੰਡੇ ਆਉਣਾ ਚਾਹੁੰਦੇ ਨੇ, ਇੱਕ ਤਾਂ ਹੁੰਦਾ ਕਿ ਲਾਈਫਸਟਾਈਲ ਇਸ ਕਰਕੇ ਆ ਵੀ ਚਲੋ ਮੈਨੂੰ ਕੱਪੜੇ ਪਾਏ ਸੋਹਣੇ ਲੱਗਣ। ਇੱਕ ਹੁੰਦਾ ਕਿ ਉਹਨਾਂ ਦਾ ਹੁੰਦਾ ਕਿ ਮੈਂ ਹਾਰਡਕੋਰ ਜਿਹੜਾ ਹੈ ਇਸ ਫੀਲਡ ਦੇ ਵਿੱਚ ਹੀ ਜਾਣਾ, ਤੇ ਉਹਨਾਂ ਨੂੰ ਇੱਕ ਉਤਸ਼ਾਹ ਕਰਨ ਲਈ ਦੱਸੋ ਕਿ ਕਿਵੇਂ ਕਿੰਨਾ ਕੁ ਕਮਾ ਸਕਦੇ ਆ ਇਨੀਸ਼ੀਅਲੀ, ਮਿਡ ਦੇ ਵਿੱਚ, ਜਾਂ ਫਿਰ ਜਦੋਂ ਪ੍ਰੋ ਹੋ ਜਾਂਦੇ ਕਿੰਨਾ ਕੁ ਕਮਾ ਸਕਦੇ ਆ? ਦੇਖੋ, ਬਾਡੀ ਬਿਲਡਿੰਗ 'ਚ ਮੈਂ ਪਹਿਲਾਂ ਵੀ ਦੱਸਿਆ ਕਿ ਜੇ ਮੈਂ ਨਾ ਬਾਡੀ ਬਿਲਡਰ ਹੁੰਦਾ ਤੇ ਮੈਨੂੰ ਪਤਾ ਹੀ ਨਹੀਂ ਲੱਗਣਾ ਸੀ ਦੁਨੀਆ 'ਚ ਕਿੱਦਾਂ ਗੱਲ ਕਰਨੀ, ਕਿੱਦਾਂ ਸਮਝਣਾ, ਕਿੱਦਾਂ ਖੜੇ ਹੋਣਾ ਈਵਨ। ਤੇ ਬਾਡੀ ਬਿਲਡਿੰਗ ਦੇ ਨਾਲ ਨਾਲ ਅਸੀਂ ਇਕੱਲਾ ਪੈਸਾ ਨਹੀਂ ਕਮਾ ਸਕਦੇ, ਅਸੀਂ ਇੱਜ਼ਤ, ਸ਼ੌਹਰਤ, ਸਾਰਾ ਕੁਝ ਕਮਾ ਸਕਦੇ, ਬਟ ਡਿਪੈਂਡ ਆ ਤੁਹਾਡੇ ਤੇ। ਹੁਣ ਕੀ ਹੁੰਦਾ ਹੈ, ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਯੁੱਗ ਆ, ਤੇ ਸੋਸ਼ਲ ਮੀਡੀਆ 'ਚ ਆ ਗਿਆ ਇੰਸਟਾਗ੍ਰਾਮ, ਫੇਸਬੁੱਕ, ਇਹ ਚੀਜ਼ਾਂ ਆ ਗਈਆਂ। ਇੱਥੇ ਸਾਨੂੰ ਸਾਡੇ ਜਿਹੜੇ ਪਸੰਦ ਕਰਨ ਵਾਲੇ ਆ ਮੈਸੇਜ ਕਰਦੇ ਆ, ਤਾਂ ਮੇਰਾ ਫਰਜ਼ ਬਣਦਾ, ਜਾਂ ਮੈਂ ਬਾਕੀਆਂ ਨੂੰ ਵੀ ਇਹ ਰਾਏ ਦਊਂਗਾ, ਪਹਿਲਾਂ ਉਹਨਾਂ ਦਾ ਮੈਸੇਜ ਦਾ ਜਵਾਬ ਦਿਓ, ਕਿਉਂਕਿ ਆਇਆ ਇੱਕ ਆਈਡੀਆ ਜਾਂ ਆਇਆ ਇੱਕ ਮੈਸੇਜ ਤੁਹਾਨੂੰ ਲੱਖਪਤੀ ਵੀ ਬਣਾ ਸਕਦਾ। ਕੀ ਪਤਾ ਬੰਦੇ ਨੇ ਕੀ ਗੱਲ ਕਰਨੀ, ਕਿੰਨੀ ਤਸ਼ੱਦਦ, ਕਿੰਨੀ ਮਿਹਨਤ ਨਾਲ ਮੈਸੇਜ ਕਰ ਰਿਹਾ। ਸੋ ਪਹਿਲੀ ਤਾਂ ਗੱਲ, ਮੇਰਾ ਪਹਿਲਾ ਸੁਝਾਅ ਇਹ ਆ ਕਿ ਤੁਹਾਨੂੰ ਕਿਸੇ ਦਾ ਵੀ ਮੈਸੇਜ ਆਉਂਦਾ, ਕਿਸੇ ਦਾ ਵੀ ਫੋਨ ਕਾਲ ਆਉਂਦਾ, ਉਹਦੀ ਇੱਕ ਫੀਲਿੰਗ ਆ, ਉਹਦੀ ਉਸ ਦਾ ਆਨਸਰ ਦਿਓ ਜੋ ਪੁੱਛ ਰਿਹਾ। ਤੇ ਉਸ ਤੋਂ ਬਾਅਦ ਜੋ ਤੁਸੀਂ ਆਨਸਰ ਦਿਓਗੇ, ਤੁਸੀਂ ਉਹਨੂੰ ਡਾਈਟ ਪਲਾਨ ਦੇ ਸਕਦੇ ਆ ਆਪਣੇ ਤਰੀਕੇ ਦਾ, ਉਹਨੂੰ ਐਕਸਰਸਾਈਜ਼ ਸੁਜੈਸਟ ਕਰ ਸਕਦੇ ਆ, ਉਹਨੂੰ ਈਵਨ ਕੋਈ ਪ੍ਰੋਫੈਸ਼ਨ 'ਚ ਜਾਣਾ ਚਾਹੁੰਦਾ, ਉੱਦਾਂ ਦੀਆਂ ਉਹਨੂੰ ਡਾਈਟ, ਐਕਸਰਸਾਈਜ਼ ਨਾਲ ਰਿਲੇਟਿਡ ਗੱਲਾਂ ਦੱਸ ਸਕਦੇ। ਜੇ ਕਮਾਈ ਦੀ ਗੱਲ ਕਰੀਏ, ਘੱਟ ਤੋਂ ਘੱਟ ਵੀ ਅੱਜ ਕੱਲ੍ਹ ਜਿਹੜੇ ਘਰ ਬੈਠੇ ਤੁਸੀਂ ਬਿਨਾਂ ਕਿਤੇ ਗਏ 20 ਤੋਂ 25,000, ਤੇ ਜੇ ਅਸੀਂ ਉਹਨੂੰ ਉੱਪਰ ਲੈ ਜਾਈਏ 1 ਲੱਖ ਤੱਕ ਵੀ ਬੰਦੇ ਕਮਾ ਰਹੇ ਆ। ਪਰ ਤੁਸੀਂ ਹਰ ਇੱਕ ਦੇ ਮੈਸੇਜ, ਕਾਲ, ਫੋਨ ਦਾ ਜਵਾਬ ਦੇਣਾ ਪੈਣਾ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਤੁਹਾਨੂੰ ਇਹਦੇ ਵਿੱਚ ਸਾਰੀ ਉਮਰ ਹੀ ਹਾਰਡ ਵਰਕ ਕਰਨਾ ਪੈਣਾ। ਦੂਜੀ ਚੀਜ਼, ਕੋਈ ਵੀ ਦੁਨੀਆ ਚੀਜ਼ ਇੱਦਾਂ ਦੀ ਨਹੀਂ ਹੈਗੀ ਜਿੱਤੇ ਅਸੀਂ ਇੱਕ ਵਾਰੀ ਪੈਸਾ ਲਾਇਆ ਦੁਬਾਰਾ ਸਾਨੂੰ ਉਹਦੇ ਵੱਲ ਦੇਖਣਾ ਨਹੀਂ ਪਿਆ। ਈਵਨ ਅਸੀਂ ਆਪਣਾ ਮੋਬਾਈਲ ਦੇਖ ਲਈਏ, ਅਸੀਂ ਉਹਨੂੰ ਦਿਨ 'ਚ ਕਿੰਨੀ ਵਾਰੀ ਚਾਰਜ ਕਰਦੇ ਹਾਂ। ਸੋ ਇੱਦਾਂ ਹੀ ਬਾਡੀ ਆ, ਤੁਸੀਂ ਬਾਡੀ ਬਣਾਈ, ਹੁਣ ਉਹ ਤੁਸੀਂ ਬਾਡੀ ਬਣਾ ਕੇ ਸੋਸ਼ਲ ਮੀਡੀਆ 'ਤੇ ਵੀਡੀਓ, ਫੋਟੋਗ੍ਰਾਫ ਰਾਹੀਂ ਪਹਿਲਾਂ ਉਹਨਾਂ ਨੂੰ ਦਿਖਾਓਗੇ। ਦਿਖਾਉਣ ਤੋਂ ਬਾਅਦ ਕੁਛ ਅੱਛੀਆਂ ਵੀਡੀਓ ਡਾਈਟ, ਐਕਸ ਨਾਲ ਰਿਲੇਟਿਡ ਪਾਓ। ਜਿਹੜਾ ਵੀ ਤੁਹਾਨੂੰ ਮੈਸੇਜ ਫੋਨ ਕਰ ਰਿਹਾ, ਉਹਦੇ ਮੈਸੇਜ ਫੋਨ ਦਾ ਜਵਾਬ ਦਿਓ, ਤੇ ਤੁਸੀਂ ਇਨਕਮ ਕਰੋਗੇ। ਤਾਂ ਤੁਹਾਡੇ ਕੋਲ ਸਮਾਂ ਹੀ ਨਹੀਂ ਬਚਣਾ 24 ਘੰਟੇ, ਤੁਸੀਂ ਕਹਿਣਾ ਸਮਾਂ ਥੋੜ੍ਹਾ ਆ। ਬਸ ਇਹੀ ਆ ਕਿ ਹਰੇਕ ਦੇ ਮੈਸੇਜ ਫੋਨ ਦਾ ਜਵਾਬ ਦਿਓ, ਤੇ ਤੁਸੀਂ 1 ਲੱਖ ਤੱਕ ਨਹੀਂ ਤਾਂ ਘੱਟੋ ਘੱਟ 20 ਤੋਂ 25,000 ਦੀ ਇੱਕ ਫਿਗਰ ਤਾਂ ਜ਼ਰੂਰ ਲੈ ਕੇ ਜਾਓਗੇ। ਤੇ ਜੇ ਨਹੀਂ ਤੁਸੀਂ ਇੱਦਾਂ ਦਾ ਹਾਰਡ ਵਰਕ ਕਰਦੇ, ਫਿਰ ਸਾਨੂੰ ਕਿਸੇ ਨੇ ਆ ਕੇ ਪੈਸੇ ਨਹੀਂ ਦੇਣੇ, ਕਿਉਂਕਿ ਜੇ ਸਾਡੀ ਬੋਡੀ ਬਣੀ ਆ, ਕਿਸੇ ਨੂੰ ਉਹਦਾ ਕੋਈ ਫਰਕ ਨਹੀਂ, ਸਿਰਫ ਫੋਟੋ ਦੇਖ ਕੇ ਕਮੈਂਟ ਕਰਕੇ ਛੱਡ ਦੂਗਾ। ਪਰ ਜੇ ਬਣੀ ਬੋਡੀ, ਤੁਸੀਂ ਉਹਨੂੰ ਕਿਸੇ ਨੂੰ ਨੌਲੇਜ ਦਿਓਗੇ, ਕਿਉਂਕਿ ਗਿਆਨ ਆ ਵੰਡਣ ਨਾਲ ਵੱਧਦਾ, ਤੇ ਉਹ ਤਾਂ ਹੀ ਵਧੂਗਾ ਜੇ ਤੁਸੀਂ ਉਹਨੂੰ ਵੰਡੋਗੇ। ਉਹ 'ਚੋਂ ਅਸੀਂ ਵੀ ਗੱਲਾਂ ਸਿੱਖਦੇ ਹਾਂ। ਤੇ ਬਾਕੀ ਨਾਲ ਦੀ ਨਾਲ ਇਹਦੇ ਅਸੀਂ ਕੁਛ ਸਰਟੀਫਿਕੇਸ਼ਨ ਕੋਰਸਿਸ ਆ ਉਹ ਕਰਵਾ ਦਿੰਦੇ ਹਾਂ। ਤੇ ਦੂਸਰਾ ਇਹ ਆ ਜਾਂਦਾ ਕਿ ਤੁਸੀਂ ਜਿਹੜਾ ਕੋਈ ਵੀ ਹੈਲਪਿੰਗ ਹੈਂਡ ਆ, ਕਿ ਤੁਸੀਂ ਜਿੱਦਾਂ ਅਸੀਂ ਸਪਲੀਮੈਂਟ ਦੀ ਗੱਲ ਕੀਤੀ, ਉਹ ਕਿਸੇ ਸਟੇਜ 'ਤੇ ਆ ਕੇ ਤੁਸੀਂ ਬੱਚਿਆਂ ਨੂੰ ਸੁਜੈਸਟ ਕਰ ਸਕਦੇ, ਬਟ ਸਟਾਰਟਿੰਗ 'ਚ ਨਹੀਂ। ਸਟਾਰਟਿੰਗ 'ਚ ਡਾਈਟ, ਐਕਸਰਸਾਈਜ਼ ਦੇ ਨਾਲ ਹੀ ਤੁਸੀਂ ਉਹਨਾਂ ਨੂੰ ਸੁਜੈਸਟ ਕਰਕੇ ਜਿਮ ਦੇ ਵਿੱਚ ਐਜ਼ ਏ ਟ੍ਰੇਨਰ ਜਾ ਕੇ ਆਨਲਾਈਨ ਟ੍ਰੇਨਿੰਗ ਦੇ ਕੇ ਅੱਛਾ ਪੈਸਾ ਕਮਾ ਸਕਦੇ ਹੋ। ਪਰ ਕੰਸਿਸਟੈਂਸੀ, ਲਗਾਤਾਰਤਾ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਬਹੁਤ ਜ਼ਰੂਰੀ ਹੈ। ਉਸ ਤੋਂ ਬਿਨਾਂ ਸ਼ਾਇਦ ਗੱਲ ਨਹੀਂ ਬਣਦੀ ਹੈਗੀ। ਅੱਛਾ, ਜਦੋਂ ਆਪਾਂ ਗੱਲ ਕਰਦੇ ਹਾਂ, ਫਿਰ ਇੱਕ ਤਰੀਕੇ ਨਾਲ ਬਾਡੀ ਜਿਹੜੀ ਹੈ ਉਹ ਤੁਹਾਡੀ ਦੁਕਾਨਦਾਰੀ ਹੈ। ਤੁਸੀਂ ਪਹਿਲਾਂ ਆਪਣੀ ਬਾਡੀ, ਆਪਣੀ ਦੁਕਾਨਦਾਰੀ, ਜਿਹੜੇ ਅੱਜ ਕੱਲ੍ਹ ਪ੍ਰਚਲਨ ਚੱਲ ਗਿਆ ਕਿ ਸ਼ੋਰੂਮ ਨੂੰ ਪਹਿਲਾਂ ਸੋਹਣਾ ਬਣਾ ਲਓ, ਫਿਰ ਉਹ ਸ਼ੋਰੂਮ ਨੂੰ ਦੇਖ ਕੇ ਤੁਹਾਡੇ ਕੋਲੇ ਗਾਹਕ ਆ ਜਾਣਗੇ ਤੇ ਫਿਰ ਉਹ ਆਉਣਗੇ। ਅੱਛਾ, ਜਿਹੜੇ ਹੁਣ ਸਾਨੂੰ ਦੇਖ ਰਹੇ ਨੇ, ਇਹਨਾਂ ਨੂੰ ਦੱਸੋ ਕਿ ਦੁੱਲੋਵਾਲ ਨੂੰ ਇੱਥੇ ਤੱਕ, ਇੰਟਰਨੈਸ਼ਨਲ ਲੈਵਲ ਤੱਕ ਪਹੁੰਚਣ ਨੂੰ ਕਿੰਨਾ ਸਮਾਂ ਲੱਗਿਆ ਤੇ ਕਿੱਡਾ ਵੱਡਾ ਹਾਰਡ ਵਰਕ ਸੀਗਾ? ਦੇਖੋ, ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਜੋ ਇਹ ਦੇਣ ਆ ਪਰਮਾਤਮਾ ਦੀ ਆ, ਕਿਉਂਕਿ ਮੈਂ ਵੀ ਬਾਕੀ ਇਨਸਾਨਾਂ ਵਰਗਾ ਇਨਸਾਨ ਪੈਦਾ ਹੋਇਆ, ਮੈਨੂੰ ਵੀ ਉਨਾ ਹੀ ਸਮਾਂ ਮਿਲਦਾ, 24 ਘੰਟੇ ਹੀ ਮਿਲਦੇ ਆ, ਤੇ ਇਹ ਪਰਮਾਤਮਾ ਦੀ ਦੇਣ ਆ। ਤੇ ਜਿਹੜੀ ਤੁਸੀਂ ਸਮੇਂ ਦੀ ਗੱਲ ਕਰ ਰਹੇ, ਮੈਂ ਸਮਾਂ 2003 ਤੋਂ ਅੱਜ ਤੱਕ ਕੰਟੀਨਿਊ ਆ। ਅੱਜ 2021 ਹੋ ਗਿਆ, ਤਾਂ ਇਹ ਸਾਰਾ ਸਮਾਂ ਮੈਂ ਬਾਡੀ ਬਿਲਡਿੰਗ 'ਚ, ਆਪਣੇ ਪਹਿਲਾਂ ਕੰਪੀਟੀਸ਼ਨ 'ਚ, ਫਿਰ ਉਸ ਤੋਂ ਬਾਅਦ 2015 'ਚ ਮੈਂ ਪਹਿਲਾ ਕੰਪੀਟੀਸ਼ਨ ਜਿਹੜਾ ਖੇਡਿਆ ਸੀਗਾ, ਇੰਟਰਨੈਸ਼ਨਲ ਲੈਵਲ ਦੀ ਗੱਲ ਕਰੂੰਗਾ, ਉਹ ਮੈਂ 2015, 16, 17, 18 'ਚ ਮੇਰਾ ਗੋਲਡ ਮੈਡਲ ਆਇਆ। ਉਸ ਤੋਂ ਬਾਅਦ ਫਿਰ ਮੈਂ ਆਪਣੇ ਜਿਮ ਮੈਂ 2014 ਸਟਾਰਟ ਕਰ ਲਿਆ ਸੀ। ਜਿਮ ਸਟਾਰਟ ਕਰਨ ਦੇ ਨਾਲ ਮੈਂ ਨਾਲ ਸਰਟੀਫਿਕੇਸ਼ਨ ਕੋਰਸਿਸ ਕਰਵਾ ਰਿਹਾ ਹੁਣ। ਐਂਡ ਐਥਲੀਟ ਨੂੰ ਜੋ ਮੈਂ ਦੇਖਿਆ ਸੀ ਕਿ ਐਥਲੀਟ ਨੂੰ ਜਦੋਂ ਉਹਨਾਂ ਨੇ, ਹਰ ਇੱਕ ਦਾ ਸੁਪਨਾ ਹੁੰਦਾ ਕਿ ਮੈਂ ਆਪਣੇ ਮੋਢਿਆਂ 'ਤੇ ਆਪਣੇ ਦੇਸ਼ ਦਾ ਝੰਡਾ ਲੈ ਕੇ ਜਾਵਾਂ, ਤਾਂ ਉਹਨਾਂ ਨੂੰ ਵੀ ਮੈਂ ਪਾਰਟੀਸਪੇਸ਼ਨ ਕਰਵਾ ਦਿੰਦਾ ਹਾਂ। ਤਾਂ ਜਿਹੜਾ ਸਮਾਂ, ਤਾਂ ਉਹਦੇ ਵਿੱਚ ਜਿਹੜਾ ਮਿਹਨਤ ਮੁਸ਼ੱਕਤ ਕਰਨੀ ਪਈ, ਈਜ਼ੀ ਲੱਗਦੀ ਹੁਣ, ਬਟ ਉਸ ਟਾਈਮ ਕਾਫੀ ਗੱਲਾਂ ਸੀਗੀਆਂ ਕਿ ਜਿਹੜੀਆਂ ਗੱਲਾਂ ਮੈਂ ਬਿਆਨ ਕਰਦਾ ਤਾਂ ਮੈਂ ਉਹਨਾਂ ਨੂੰ ਬਿਆਨ ਕਰਨ ਤੋਂ ਬਾਹਰ ਹੋ ਜਾਂਦਾ, ਕਿ ਮੈਨੂੰ ਇਮੋਸ਼ਨ ਆ ਜਾਂਦੇ ਆ ਕਿ ਮੈਂ ਉਹਨਾਂ ਨੂੰ ਕਿੱਦਾਂ ਬਿਆਨ ਕਰਾਂ। ਕਿ ਡਾਈਟ ਨੂੰ ਲੈ ਕੇ ਸਟਾਰਟਿੰਗ 'ਚ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸਦਾ ਕਿ ਜਦੋਂ 2005 ਦੀ ਗੱਲ ਆ, ਇੱਕ ਡਾਈਟ ਲਈ ਪੈਸੇ ਇਕੱਠੇ ਕਰਨੇ ਹੁੰਦੇ ਸੀ। ਮੇਰੀ ਉਦੋਂ 1000 ਤੋਂ 1500 ਦੀ ਡਾਈਟ ਸੀ, ਤੇ ਮੈਂ ਆਪਣੇ ਦੋਸਤਾਂ ਕੋਲ ਪੈਸੇ ਇਕੱਠੇ ਕਰਦਾ ਸੀ।
ਦੋਸਤਾਂ ਕੋਲ ਪੈਸੇ ਇਕੱਠੇ ਕਰਨੇ ਤੇ ਫਿਰ ਹੌਲੀ-ਹੌਲੀ ਉਹਨਾਂ ਨੂੰ ਸਾਰੇ ਮਹੀਨੇ 'ਚ ਜੋ ਮੈਨੂੰ ਘਰੋਂ ਪੈਸੇ ਮਿਲਣੇ, ਕਿਰਾਇਆ ਖਰਚ ਕੇ ਸਕੂਲ, ਕਾਲਜ ਜਾਣ ਲਈ, ਮੈਂ ਬੱਸ ਦੇ ਪਿੱਛੇ ਰਹਿ ਕੇ ਜਾਣਾ ਜਾਂ ਚੋਰੀ ਛਿਪੇ ਬੱਸ 'ਚ ਅੱਗੇ ਪਿੱਛੇ ਹੋ ਕੇ ਜਾਣਾ, ਤੇ ਉਹ ਪੈਸੇ ਉਹਨਾਂ ਨੂੰ ਮੈਂ ਡਾਈਟ ਦੇ ਵਾਪਸ ਕਰਦੇ ਰਹਿਣੇ। ਮਤਲਬ ਇੱਦਾਂ ਦੀਆਂ ਮਿਹਨਤਾਂ ਕਰਨੀਆਂ ਪਈਆਂ। ਤਾਂ ਫਿਰ ਜਿੱਦਾਂ ਕੰਪੀਟੀਸ਼ਨ 'ਤੇ ਜਾਣਾ, ਕਿਸੇ ਦੇ ਨਾਲ ਲਿਫਟ ਲੈ ਕੇ ਜਾਣਾ, ਤਾਂ ਫਿਰ ਉਸ ਤੋਂ ਬਾਅਦ ਮੈਂ ਤੁਹਾਨੂੰ ਕੋਰੀਅਰ ਦੀ ਗੱਲ ਦੱਸੀ ਕਿ ਨਾਲ ਦੀ ਨਾਲ ਜਿਹੜੀ ਉਹ ਵੀ ਕਰਨਾ ਪਿਆ। ਬਟ ਉਹ ਚੀਜ਼ਾਂ ਇੱਕ ਗਰਾਊਂਡ ਲੈਵਲ ਸੀਗਾ, ਉਹ ਕਰਨ ਦੇ ਨਾਲ ਹੀ ਅੱਜ ਤੱਕ ਬਾਕੀ ਪਰਮਾਤਮਾ ਦਾ ਸਭ ਤੋਂ ਉੱਪਰਲਾ ਹੱਥ ਆ, ਤੇ ਜਿਹੜੇ ਮੈਨੂੰ ਇੰਨਾ ਪਿਆਰ ਕਰਦੇ ਆ ਉਹਨਾਂ ਦਾ ਬੜਾ ਸਹਿਯੋਗ ਆ ਕਿ ਜਦੋਂ ਕੋਈ ਸਿਰਫ ਇੰਨੀ ਗੱਲ ਕਹਿੰਦਾ, ਤੁਸੀਂ ਭਾਜੀ ਜੋ ਸਾਨੂੰ ਦੱਸ ਰਹੇ ਬੜਾ ਅੱਛਾ, ਕਿਉਂਕਿ ਇਹ ਅਸੀਂ ਪਰਮਾਤਮਾ ਨੂੰ ਨਹੀਂ ਦੇਖਿਆ, ਇਹ ਇਨਸਾਨ ਹੀ ਜੋ ਹੈਗੇ ਆ ਸਾਰੇ ਹੀ ਪਰਮਾਤਮਾ ਦਾ ਰੂਪ ਆ। ਸੋ ਇਹਨਾਂ ਦੀ ਬਦੌਲਤ ਹੀ ਸਾਰਾ ਮੈਂ ਇੱਥੋਂ ਤੱਕ ਹੈਗਾ। ਅੱਛਾ, ਜੇ ਮੈਂ ਸਵਾਲ ਪੁੱਛਾਂ ਕਿ ਦੁੱਲੋਵਾਲ ਦਾ ਪਰਮਾਤਮਾ ਦੇ ਉੱਤੇ ਵਾਹਵਾ ਯਕੀਨ ਲੱਗਦਾ ਆ, ਤੇ ਕਿੱਡਾ ਵੱਡਾ ਯਕੀਨ ਆ? ਦੇਖੋ, ਪਰਮਾਤਮਾ ਦੇ ਨਾਲ ਹੀ ਸਾਡਾ ਸਾਰਾ ਕੁਝ ਚੱਲ ਰਿਹਾ। ਕੁਦਰਤ ਆ, ਕੁਦਰਤ ਦੇ ਨਾਲ ਹੀ ਮੈਨੂੰ ਨਹੀਂ ਪਤਾ ਮੇਰਾ ਅਗਲੇ ਸੈਕਿੰਡ ਕੀ ਸਮਾਂ ਆ, ਮੇਰੀ ਕਿੰਨੀ ਉਮਰ ਆ। ਜੇ ਅਸੀਂ ਸਾਹ ਲੈ ਰਹੇ ਹਾਂ ਤਾਂ ਅਸੀਂ ਸਾਹ ਆਪਣੀ ਮਰਜ਼ੀ ਨਾਲ ਨਹੀਂ ਲੈ ਰਹੇ, ਜਾਂ ਅਸੀਂ ਰੋਕਾਂਗੇ ਆਪਣੀ ਮਰਜ਼ੀ ਨਾਲ ਨਹੀਂ ਰੋਕਾਂਗੇ। ਤੇ ਜਿਹੜਾ ਯਕੀਨ ਆ ਜੋ ਹੈਗਾ ਅੱਜ ਤੱਕ, ਉਹ ਸਿਰਫ ਨੇਚਰ ਆ, ਕਿਉਂਕਿ ਮੈਂ ਇਕੱਲਾ ਹੀ ਆਇਆ, ਇਕੱਲੇ ਨੇ ਜਾਣਾ, ਸਾਰਾ ਕੁਝ ਇਕੱਲੇ ਨੇ ਕਰਨਾ। ਤੇ ਪਰਮਾਤਮਾ ਨੇ ਮੈਨੂੰ ਸਿਰਫ ਜਿਹੜੀ ਇੱਕ ਅੱਛੀ ਜੋ ਅੱਜ ਕੱਲ੍ਹ ਸਮਾਜ 'ਚ ਚੱਲਦਾ, ਕੋਈ ਨਸ਼ਾ ਕਰ ਰਿਹਾ, ਕੋਈ ਗਲਤ ਕੰਮਾਂ 'ਚ ਪਿਆ ਹੋਇਆ, ਉਹ ਨਹੀਂ ਦਿੱਤਾ। ਇੱਕ ਲੱਕ ਦੀ ਗੱਲ ਕਰਦੇ ਵੀ ਬੰਦਾ ਕਹਿੰਦਾ ਲੱਕ ਕੀ ਆ, ਜਾਂ ਪਰਮਾਤਮਾ ਦਾ ਕੀ ਆ ਤੁਹਾਡੇ 'ਤੇ, ਹੈ ਨਾ, ਕਿੱਡਾ ਖਾਤਾ। ਦਿਮਾਗ ਸਹੀ ਆ, ਸੋਚ ਸਹੀ ਆ, ਅੰਗ ਪੈਰ ਸਹੀ ਆ, ਇਸ ਤੋਂ ਉੱਪਰ ਲੱਕ ਕੋਈ ਨਹੀਂ, ਇਸ ਤੋਂ ਉੱਪਰ ਪਰਮਾਤਮਾ ਕੀ ਹੋ ਸਕਦਾ। ਕਰਨਾ ਤੁਸੀਂ ਆ, ਹਾਰਡ ਵਰਕ ਤੁਸੀਂ ਕਰਨਾ। ਜੇ ਇਹ ਕਹੀਏ ਕਿ ਪਰਮਾਤਮਾ ਆ ਕੇ ਮੈਨੂੰ ਕਹੇ ਹੁਣ ਤੂੰ ਰੋਟੀ ਵੀ ਤੂੰ ਆਪ ਖਾ ਲੈ ਜਾਂ ਸਾਰਾ ਕੁਝ ਆਪ ਕਰ ਲੈ, ਨਹੀਂ। ਮੈਨੂੰ ਸਿਰਫ ਇਹੀ ਆ, ਮੈਂ ਪਰਮਾਤਮਾ ਦਾ ਇੰਨਾ ਕੁ ਸ਼ੁਕਰਗੁਜ਼ਾਰ ਆ ਕਿ ਮੈਨੂੰ ਦਿਮਾਗ ਸਹੀ, ਸੋਚ ਸਹੀ, ਤੇ ਇੱਕ ਸਭ ਤੋਂ ਵੱਡੀ ਗੱਲ ਹੁੰਦੀ ਕਿ ਸਾਹਮਣੇ ਵਾਲੇ ਜਿਹੜੇ ਇਨਸਾਨ ਸਾਨੂੰ ਫੋਨ ਮੈਸੇਜ ਕਰਦੇ, ਉਹਨਾਂ ਦੀ ਫੀਲਿੰਗ ਦੀ ਸਾਨੂੰ ਇੱਕ ਕਦਰ ਕਰਨੀ ਦੀ ਸੋਚ ਦਿੱਤੀ। ਕਿਉਂਕਿ ਅਸੀਂ ਕਿਸੇ ਨੂੰ ਮੈਸੇਜ ਕਰਦੇ, ਮੈਂ ਖੁਦ ਕਿਸੇ ਨੂੰ ਮੈਸੇਜ ਕਰਾਂ, ਮੈਂ ਬੜੀ ਸੋਚ ਸਮਝ ਕੇ ਮੈਸੇਜ ਕਰਦਾ ਕਿ ਮੈਂ ਇਹਨਾਂ ਤੋਂ ਕੁਝ ਸਿੱਖਣਾ। ਤੇ ਜਿਹੜੇ ਸਾਨੂੰ ਮੈਸੇਜ ਕਰ ਰਹੇ, ਸਾਨੂੰ ਉਹ 'ਚ ਈਗੋ ਦੀ ਭਾਵਨਾ ਨਹੀਂ ਰੱਖਣੀ, ਕਿਉਂਕਿ ਉਹਨਾਂ ਨੂੰ ਤੁਹਾਡੇ 'ਚ ਕੁਝ ਦਿਖ ਰਿਹਾ ਤੇ ਤਾਂ ਹੀ ਮੈਸੇਜ ਕਰ ਰਹੇ। ਅਦਰਵਾਈਜ਼ ਕੋਈ ਕਿਸੇ ਨੂੰ ਮੈਸੇਜ ਨਹੀਂ ਕਰਦਾ ਜਾਂ ਫੋਨ ਕਾਲ ਨਹੀਂ ਕਰਦਾ। ਤੇ ਉਹ ਸਾਰਾ ਜਿਹੜਾ ਸੋਚਣ ਦਾ ਨਜ਼ਰੀਆ ਜੋ ਇਹ ਕੁਦਰਤ ਨੇ ਦਿੱਤਾ, ਮੇਰੇ ਕੋਲੋਂ ਮੈਂ ਲੈ ਕੇ ਕੁਝ ਨਹੀਂ ਪੈਦਾ ਹੋਇਆ, ਇਹ ਸਿਰਫ ਸਮਾਜ 'ਚ ਰਹਿ ਕੇ ਕੁਦਰਤ ਦੀ ਜੋ ਦੇਣ ਆ, ਇਹ ਕੁਦਰਤ ਆ। ਤੇ ਮੈਂ ਇਸ ਤੋਂ ਉੱਪਰ ਕੁਝ ਨਹੀਂ ਮੰਨਦਾ ਕਿ ਉਹਨੇ ਅੰਗ ਪੈਰ ਸਹੀ ਦਿੱਤੇ, ਦਿਮਾਗ ਸਹੀ ਦਿੱਤਾ, ਤੇ ਹਰ ਇੱਕ ਇਨਸਾਨ ਨੂੰ ਇਨਸਾਨ ਸਮਝਣ ਦੀ ਤਾਕਤ ਦਿੱਤੀ। ਅੱਛਾ, ਜਦੋਂ ਆਪਾਂ ਸ਼ੂਟਿੰਗ ਦੀ ਗੱਲ ਕਰਦੇ ਆ, ਜਾਂ ਆਪਾਂ ਕਹਿੰਦੇ ਹਾਂ ਕਿ ਸ਼ੂਟਿੰਗ ਬਹੁਤ ਮਹਿੰਗੀ ਆ, ਗੋਲਫ ਦੀ ਗੱਲ ਕਰ ਲੈਂਦੇ ਹਾਂ, ਉਹਨੂੰ ਕਹਿੰਦੇ ਹਾਂ ਅਸੀਂ, ਉਹ ਤੇ ਬਾਹਲੀ ਉਹ ਮਹਿੰਗੀ ਆ ਨਾ। ਤੇ ਜਿਹੜੀ ਬਾਡੀ ਬਿਲਡਿੰਗ ਹੈ, ਇਹ ਮਹਿੰਗੀ ਖੇਡ ਹੈ ਕਿ ਸਸਤੀ ਖੇਡ ਹੈ? ਕਿਉਂਕਿ ਤੁਸੀਂ ਕਹਿੰਦੇ ਹੋ ਕਿ ਡਾਈਟ ਜਿਹੜੀ ਆ ਮੇਰੀ ਇੰਨੇ ਦੀ ਆਉਂਦੀ ਸੀ, ਕਿਉਂਕਿ ਆਮ ਬੱਚਾ ਜਿਹੜਾ ਮਿਨੀਮਲ ਪਰਿਵਾਰ 'ਚ ਆਉਂਦਾ, ਛੋਟੇ ਪਰਿਵਾਰਾਂ 'ਚ ਆਉਂਦਾ ਆ, ਮੈਨੂੰ ਲੱਗਦਾ ਨਹੀਂ ਉਹ ਇੰਨਾ ਅਫੋਰਡ ਕਰ ਸਕਦਾ। ਤੁਹਾਨੂੰ ਲੱਗਦਾ ਕਿ ਮਹਿੰਗੀ ਗੇਮ ਆ? ਦੇਖੋ, ਮਹਿੰਗੀ ਗੇਮ ਕੋਈ ਵੀ ਗੇਮ ਆ, ਸਪੋਰਟਸਮੈਨ ਵੈਸੇ ਉਹਨੂੰ ਜੇ ਅਸੀਂ ਸਹੀ ਮਾਇਨੇ 'ਚ ਦੇਖੀਏ, ਉਹ ਇਸ ਲਈ ਕਰਦਾ ਆ ਕਿ ਮੈਂ ਇੱਕ ਰਿਸਪੈਕਟ ਕਮਾਉਣੀ। ਜੇ ਤੁਸੀਂ ਪੈਸੇ ਦੀ ਭਾਵਨਾ ਨਾਲ ਕਿਸੇ ਵੀ ਸਪੋਰਟਸ 'ਚ ਜਾਓਗੇ, ਪੈਸਾ ਤਾਂ ਹੈ ਇੱਕ ਸਾਡੀ ਲਾਈਫ ਦਾ ਇੱਕ ਪਾਰਟ ਆ, ਉਸ ਤੋਂ ਬਿਨਾਂ ਅਸੀਂ ਸਕਸੈਸ ਨਹੀਂ ਹੋ ਸਕਦੇ। ਬਟ ਜੇ ਅਸੀਂ ਸਟਾਰਟਿੰਗ 'ਚ ਇਹ ਰੱਖਾਂਗੇ ਕਿ ਮੈਂ ਪੈਸੇ ਕਮਾਉਣੇ, ਫਿਰ ਮੇਰਾ ਲਾਲਚ ਆ ਜਾਣਾ, ਲਾਲਚ ਆ ਗਿਆ, ਫਿਰ ਮੈਂ ਉਹ 'ਚ ਕਾਮਯਾਬੀ ਨਹੀਂ ਹਾਸਲ ਕਰੂ, ਮੈਂ ਫਿਰ ਪੈਸੇ ਹੀ ਕਮਾਊਂਗਾ। ਤੇ ਇਹ ਲਾਈਨ ਦੇ ਵਿੱਚ ਥੋੜ੍ਹਾ ਜਿਹਾ ਇਹਨਾਂ ਗੱਲਾਂ ਕਰਕੇ ਦਿੱਕਤ ਆਉਂਦੀ ਕਿ ਜਦੋਂ ਮੇਰਾ ਲਾਲਚ ਆ ਗਿਆ, ਮੈਂ ਗਲਤ ਸਪਲੀਮੈਂਟ ਸੁਜੈਸਟ ਕਰੂੰਗਾ, ਤੇ ਫਿਰ ਇਸ ਲਾਈਨ ਦੇ ਵਿੱਚ ਸਾਡੀ ਜਿਹੜੀ ਰਿਸਪੈਕਟ ਆ ਉਹ ਘਟਦੀ ਜਾਂਦੀ। ਸਭ ਤੋਂ ਪਹਿਲਾਂ ਜੋ ਮੇਰੀ ਸੋਚ ਆ, ਜਾਂ ਮੈਂ ਬਾਕੀਆਂ ਨੂੰ ਇਹ ਸਲਾਹ ਦਊਂਗਾ ਕਿ ਕੋਈ ਵੀ ਸਪੋਰਟਸ ਕਰਨਾ ਆ, ਉਹਨੂੰ ਤੁਸੀਂ ਐਜ਼ ਏ ਰਿਸਪੈਕਟ ਲਿਆਓ ਵੀ ਮੈਂ ਇਹਦੇ ਵਿੱਚ ਆਪਣਾ ਇੱਜ਼ਤ ਤੇ ਰਿਸਪੈਕਟ ਕੋਈ ਕਮਾਉਣੀ। ਜਦੋਂ ਤੁਹਾਡੀ ਇੱਕ ਸਮਾਜ 'ਚ ਇੱਜ਼ਤ ਹੋਣ ਲੱਗ ਪਈ, ਪੈਸਾ ਤਾਂ ਬੜੀ ਦੂਰ ਦੀਆਂ ਗੱਲਾਂ, ਈਜ਼ੀ ਆ ਜਾਂਦਾ। ਤੇ ਖਰਚਾ ਜ਼ਰੂਰ ਹੈਗਾ, ਬਟ ਤੁਸੀਂ ਜਦੋਂ ਵਿਚਰਦੇ ਆ, ਹਰ ਇੱਕ ਨੂੰ ਪ੍ਰੋਪਰ ਗਾਈਡੈਂਸ ਦਿੰਦੇ ਆ, ਤਾਂ ਤੁਹਾਡੀ ਜਿਹੜੀ ਰਿਸਪੈਕਟ ਆ ਉਹ ਵਧਣੀ ਸ਼ੁਰੂ ਹੋ ਜਾਂਦੀ। ਤੁਹਾਨੂੰ ਸਮਾਜ ਵਿੱਚ ਕੁਆਂਟਿਟੀ ਨਹੀਂ ਦੇਣੀ ਹੁੰਦੀ, ਕੁਆਲਿਟੀ ਦਿਓ, ਕਿਉਂਕਿ ਕੁਆਲਿਟੀ ਜ਼ਿਆਦਾ ਜ਼ਰੂਰੀ। ਜਿੰਨੀ ਕੁਆਲਿਟੀ ਦਿਓਗੇ ਓਨਾ ਹੀ ਤੁਹਾਡੀ ਰਿਸਪੈਕਟ ਆਊਗੀ, ਪੈਸਾ ਆਪਣੇ ਆਪ ਆਊਗਾ। ਤੁਹਾਡੇ ਕੋਲ ਸਮਾਂ ਹੀ ਨਹੀਂ ਇੰਨਾ ਹੋਣਾ ਕਿ ਤੁਸੀਂ ਕਿਸੇ ਨੂੰ ਪ੍ਰੋਪਰ ਮਤਲਬ ਹਰ 24 ਘੰਟਿਆਂ 'ਚ ਹਰ ਇੱਕ ਨਾਲ ਹਰ ਗੱਲ ਕਰ ਪਾਓ, ਕਿਉਂਕਿ ਅਸੀਂ 24 ਘੰਟੇ ਵੀ, ਕਈ ਵਾਰੀ ਮੈਂ ਸੋਚਦਾ ਕਿ 24 ਘੰਟੇ ਵੀ ਘੱਟ ਗਏ, ਮੇਰੇ ਕੋਲ ਦਿਨ ਹੀ ਨਹੀਂ ਰਿਹਾ, ਮੈਂ ਕੰਮ ਨਹੀਂ ਕੀਤਾ। 24 ਘੰਟਿਆਂ 'ਚੋਂ 18 ਘੰਟੇ ਹਰ ਇੱਕ ਨਾਲ ਗੱਲ ਕਰਕੇ, ਕੰਮ ਕਰਕੇ ਵੀ ਸਮਾਂ ਸੋਚੀਦਾ, ਬਟ ਉਹਦੇ ਵਿੱਚ ਇਹੀ ਆ, ਥੋੜ੍ਹਾ ਸਮਾਂ ਲੱਗਦਾ ਉਸ ਚੀਜ਼ ਨੂੰ। ਲਾਲਚ ਦੀ ਭਾਵਨਾ ਨਾ ਪੈਦਾ ਕਰੋ ਕਿਸੇ ਵੀ ਫੀਲਡ 'ਚ, ਜਾਂ ਇਸ ਫੀਲਡ 'ਚ ਕੁਆਲਿਟੀ ਦਿਓ, ਪੈਸਾ ਆਪਣੇ ਆਪ ਆਊਗਾ। ਤੇ ਜੇ ਤੁਸੀਂ ਜੇ ਮੈਂ ਕੁਦਰਤ 'ਤੇ ਯਕੀਨ ਕਰਦਾ ਤੇ ਤੁਸੀਂ ਭਾਵਨਾ ਰੱਖਦੇ ਆ ਅੱਗੇ ਵਧਣ ਦੀ, ਤੁਹਾਨੂੰ ਆਪਣੇ ਆਪ ਰਸਤੇ ਮਿਲਦੇ। ਕਿਉਂਕਿ ਪਹਿਲਾਂ ਅਸੀਂ ਗੱਲ ਕੀਤੀ ਕਿ ਜੇ ਮੈਂ ਸੜਕ 'ਤੇ ਖੜਾ ਹੋ ਗਿਆ, ਮੈਂ ਚੱਲਣਾ ਸ਼ੁਰੂ ਕਰਤਾ, ਮੈਂ ਇੱਕ ਨਾ ਇੱਕ ਦਿਨ ਮੰਜ਼ਿਲ 'ਤੇ ਪਹੁੰਚੂਗਾ। ਅੱਜ ਨਹੀਂ ਕੱਲ੍ਹ ਪਹੁੰਚੂਗਾ, ਲਿਫਟ ਲੈ ਕੇ ਪਹੁੰਚੂਗਾ, ਪੈਦਲ ਪਹੁੰਚੂ, ਕਿਸੇ ਤਰੀਕੇ ਪਹੁੰਚੂਗਾ। ਪਰ ਜੇ ਅਸੀਂ ਇਹ ਸੋਚਾਂਗੇ ਕਿ ਮੈਂ ਪਹਿਲੇ ਦਿਨ ਤੋਂ ਹੀ ਪੈਸੇ ਕਮਾਵਾਂ, ਫਿਰ ਤੁਹਾਡੀ ਸੋਚ ਪੈਸੇ 'ਤੇ ਅੜ ਜਾਣੀ। ਮੈਂ ਪੈਸਾ ਬੋਡੀ ਬਣਾਉਣ ਲਈ
ਜੇ ਤੁਸੀਂ ਸਰੀਰ ਆਪਣਾ ਬਣਾਉਣਾ ਚਾਹੁੰਦੇ ਆ, ਉਹਦੇ ਲਈ ਸਭ ਤੋਂ ਪਹਿਲਾਂ ਫੋਕਸ ਕਰੋ ਆਪਣੀ ਡਾਈਟ 'ਤੇ। ਜਿਮ ਜਾਣਾ, ਕਿਉਂਕਿ ਸਾਡੀ ਬਾਡੀ ਕਿਸੇ ਦੂਸਰੇ ਬੰਦੇ ਨਾਲ ਮੈਚ ਨਹੀਂ ਕਰਦੀ। ਮੇਰੀ ਖੁਦ ਦੀ ਬਾਡੀ ਮੇਰੇ ਕਿਸੇ ਫੈਮਿਲੀ ਮੈਂਬਰ ਨਾਲ ਮੈਚ ਨਹੀਂ ਕਰਦੀ, ਇੱਦਾਂ ਹੀ ਸਾਰਿਆਂ ਦੀ ਆ। ਕਿਸੇ ਵੱਲ ਦੇਖ ਕੇ ਆਪਣੀ ਗਲਤ ਡਾਈਟ ਨਾ ਖਾਓ, ਗਲਤ ਐਕਸਰਸਾਈਜ਼ ਨਾ ਲਾਓ, ਗਲਤ ਸਪਲੀਮੈਂਟ ਨਾ ਯੂਜ਼ ਕਰੋ। ਅਤੇ ਦੂਸਰੀ ਗੱਲ ਕਿ ਸਪਲੀਮੈਂਟ ਸਾਡੀ ਜ਼ਰੂਰਤ ਨਹੀਂ ਹੈਗੀ, ਉਹ ਕਿਸੇ ਸਮੇਂ 'ਤੇ ਆ ਕੇ ਤੁਸੀਂ ਕਰ ਸਕਦੇ, ਬੇਸ ਨਹੀਂ ਹੈਗਾ। ਬਾਡੀ ਜਦੋਂ ਰਿਜ਼ਲਟ ਨਹੀਂ ਦਿੰਦੀ ਡਾਈਟ ਖਾ ਕੇ, ਫਿਰ ਤੁਸੀਂ ਸਪਲੀਮੈਂਟ 'ਤੇ ਆਓ। ਵੀ ਤੁਹਾਡੇ ਜਦੋਂ ਡਾਈਟ ਖਾਣ ਤੋਂ ਬਾਅਦ ਵੀ ਮਸਲ, ਬਾਡੀ, ਐਨਰਜੀ ਲੈਵਲ ਨਹੀਂ ਡਿਵੈਲਪ ਹੋ ਰਿਹਾ, ਤਾਂ ਤੁਸੀਂ ਸਪਲੀਮੈਂਟ 'ਤੇ ਆਓ। ਅਦਰਵਾਈਜ਼ ਤੁਹਾਡੀ ਜੇ ਡਾਈਟ ਪੂਰੀ ਹੋ ਰਹੀ ਆ ਅਤੇ ਉਹ ਤੋਂ ਤੁਹਾਨੂੰ ਰਿਜ਼ਲਟ ਮਿਲ ਰਿਹਾ, ਫਿਰ ਸਪਲੀਮੈਂਟ 'ਤੇ ਨਹੀਂ ਆਉਣਾ ਚਾਹੀਦਾ। ਅਤੇ ਜਿਹੜੀ ਸਟੀਰੋਇਡ ਦੀ ਗੱਲ ਆ, ਉਹ ਸਿਰਫ ਅਤੇ ਸਿਰਫ ਤੁਸੀਂ ਕਿਸੇ ਐਕਸਪਰਟ ਜਿਹੜੇ ਡਾਕਟਰ ਹੈਗੇ, ਵੈਲ ਐਜੂਕੇਟਿਡ, ਉਹਨਾਂ ਦੇ ਅੰਡਰ ਰਹਿ ਕੇ ਕਰੋ। ਆਮ ਕਿਸੇ ਬੰਦੇ ਦੇ ਅੰਡਰ ਰਹਿ ਕੇ ਨਾ ਕਰੋ। ਅਤੇ ਜੇ ਨਹੀਂ ਵੀ ਕਰੋਗੇ, ਉਦੋਂ ਪਹੁੰਚਣ ਤੱਕ ਵੀ ਤੁਹਾਨੂੰ ਜਿਹੜਾ ਉਹਨੂੰ ਨਾ ਯੂਜ਼ ਕਰਨ ਲਈ ਵੀ ਤੁਸੀਂ ਨਹੀਂ ਵੀ ਯੂਜ਼ ਕਰਦੇ, ਤਾਂ ਤੁਹਾਨੂੰ ਜਿਹੜਾ ਇੰਟਰਨੈਸ਼ਨਲ ਲੈਵਲ ਤੱਕ ਦੀਆਂ ਅਚੀਵਮੈਂਟ ਹੋ ਸਕਦੀਆਂ। ਅਤੇ ਮੈਂ ਖੁਦ ਬੱਚਿਆਂ ਨੂੰ ਵੀ ਕਰਵਾਈਆਂ। ਅਤੇ ਹਰ ਇੱਕ ਦੀ ਸਪੋਰਟ ਕਰੋ, ਸਪੋਰਟ ਕਰੋਗੇ ਸਪੋਰਟ ਮਿਲੂਗੀ। ਅਤੇ ਜੇ ਤੁਸੀਂ ਕਿਸੇ ਨੂੰ ਖਿੱਚਣ ਦੀ ਕੋਸ਼ਿਸ਼ ਕਰੋਗੇ, ਤੁਹਾਨੂੰ ਵੀ ਉਹੀ ਚੀਜ਼ ਵਾਪਸ ਮਿਲੂਗੀ। ਸੋ ਇੰਨੀਆਂ ਚੀਜ਼ਾਂ ਨਾਲ ਮੈਂ ਤੁਹਾਡਾ ਧੰਨਵਾਦ ਹਾਂ। ਤੁਸੀਂ ਬੜਾ ਅੱਛਾ ਕੰਮ ਕਰ ਰਹੇ ਆ ਯੂਥ ਨੂੰ ਲੈ ਕੇ, ਤੁਹਾਡਾ ਮੋਸਟ ਵੈਲਕਮ। ਵਾਕਈ ਜਦੋਂ ਤੁਸੀਂ ਚੱਲ ਪੈਂਦੇ ਹੋ ਤਾਂ ਫਿਰ ਕੋਈ ਨਾ ਕੋਈ ਹਸੀਲਾ ਵਸੀਲਾ ਹੋ ਜਾਂਦਾ ਆ। ਕੋਈ ਸ਼ਾਇਰ ਕਹਿੰਦਾ ਕਿ ਜਿੱਥੇ ਤੱਕ ਦਿਖ ਰਿਹਾ ਆ ਉੱਥੇ ਤੱਕ ਤੇ ਚੱਲੀਏ, ਅੱਗੇ ਜਾ ਕੇ ਰਸਤਾ ਹੋਰ ਲੱਭ ਜਾਊਗਾ। ਇੱਦਾਂ ਹੀ ਚੱਲਦੇ ਰਹੋ ਔਰ ਦੇਖਦੇ ਰਹੋ ਟੀਵੀ ਪੰਜਾਬ। ਕੈਮਰਾਮੈਨ ਅਵੀ ਦੇ ਨਾਲ ਮੈਂ ਜਤਿੰਦਰ ਸਿੰਘ ਖਹਿਰਾ, ਟੀਵੀ ਪੰਜਾਬ ਦੇ ਲਈ।